अब की बार मोदी सरकार देश से बाहर। यानी साहब का एक ना हुणे खबरां सुन रहा सीगा जी तो कहते भी ये कानून आपां रद्द नहीं करने बिल्कुल भी सरकार ने जी ये सोध हो सकती। जी मेरी आम जनता ਨੂੰ ਇਕੱਲੇ ਪੰਜਾਬ ਦੀ ਨੂੰ ਨਹੀਂ ਦੇਸ਼ ਦੀ ਜਨਤਾ ਨੂੰ ਇੱਕ ਅਪੀਲ ਆ ਜੀ ਜੀ ਆਪਣੇ ਵੋਟ ਦੀ ਤਾਕਤ ਪਛਾਣੋ ਤੇ ਇਹਨਾਂ ਨੂੰ ਹੀ ਰੱਦ ਕਰ ਦਿਓ ਕਿ 2022 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ 'ਚ। ਪੰਜਾਬ 'ਚ ਬੀਜੇਪੀ ਸਰਕਾਰ ਉਨਾ ਚਿਰ ਨਹੀਂ ਬਣਾ ਸਕਦੀ ਜਿੰਨਾ ਚਿਰ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਅੱਜ ਖੇਤੀ ਕਾਨੂੰਨ ਰੱਦ ਹੋ ਜਾਣ ਲੋਕੀ ਇਸ ਬਾਰੇ ਸੋਚ ਸਕਦੇ ਆ ਕਿ ਅੱਜ ਇਹ ਲੋਕ ਬਹੁਤ ਅੜੇ ਹੋਏ ਆ ਕਿ ਇਹ ਕਹਿੰਦੇ ਜੀ ਇਹ ਬਿੱਲ ਕਾਨੂੰਨ ਵਾਪਸ ਹੋਣੇ ਹੀ ਨਹੀਂ, ਇਹ ਹੋ ਹੀ ਨਹੀਂ ਸਕਦੇ। ਥਾਂ ਥਾਂ ਤੇ ਕਹਿੰਦੇ ਨੇ ਕਿਉਂਕਿ ਇੱਕ जुमला एक और भी है, वो है कि मोदी है तो मुमकिन है। अगर मोदी जी ने कल एक 3 खेती कानून रद्द कर देते फिर जानी साहब ते हरजीत ग्रेवाल ते बाकी लीडर कितने जाते। ਇਹ ਬੰਦੇ ਨੂੰ ਅੱਗੇ ਨਾ ਲਿਆਓ ਜਿਹੜਾ ਪੰਜਾਬ ਵਾਸਤੇ ਨਹੀਂ ਲੜ ਸਕਦਾ। ਬਾਦਲ ਤੇ ਹੁਣ ਕੈਪਟਨ ਪਰਿਵਾਰ ਪੰਜਾਬ ਵਾਸਤੇ ਨਹੀਂ ਲੜ ਸਕਦਾ ਜੀ। ਇਹਨਾਂ ਨੇ ਕਰਪਸ਼ਨ ਇੰਨੀ ਕੀਤੀ ਹੈ ਕਿਉਂਕਿ ਇਹ ਹੁਣ ਸੈਂਟਰ ਦੇ ਥੱਲੇ ਲੱਗੇ ਹੋਏ ਨੇ, ਸੈਂਟਰ ਦੇ ਖਿਲਾਫ ਨਹੀਂ ਬੋਲ ਸਕਦੇ। ਐਸਾ ਨਲਾਇਕ ਬੰਦਾ ਦੇਸ਼ ਦੀ ਬਾਂਗ ਨੂੰ ਸੰਭਾਲ ਕੇ ਬੈਠਾ ਨਾ ਜੀ ਇਹਨਾਂ ਸਾਰੇ ਦੇਸ਼ ਨੂੰ ਚੱਕਰ ਚ ਪਾਇਆ ਵਾ, ਸਾਰੀਆਂ ਸਟੇਟਾਂ ਨੂੰ ਚੱਕਰ ਚ ਪਾਇਆ ਵਾ। ਜਿਹੜੀ MLA ਦੀ ਕਦਰ ਸੀ ਉਹ ਵੀ ਖਤਮ ਹੈ, ਜਿਹੜਾ MP ਦੀ ਕਦਰ ਹੈ ਉਹ ਵੀ ਖਤਮ ਹੈ, ਜਿਹੜੀ ਜੱਜ ਦੀ ਕਦਰ ਹੈ ਉਹ ਵੀ ਖਤਮ ਹੈ, ਜਿਹੜੀ ਇੱਕ ਬਿਊਰੋਕਰੇਟ ਦੀ ਪਾਵਰ ਸੀ ਉਹ ਵੀ ਖਤਮ ਹੈ। ਤੁਸੀਂ ਦੇਖੋ ਵੀ ਇਹਨਾਂ ਨੂੰ ਕੂੜਾ ਬਣਾਤਾ, ਉਹਨੇ ਦੇਸ਼ ਨੂੰ ਕੂੜਾ ਬਣਾਤਾ, ਬਿਲਕੁਲ ਇੱਕ ਡਸਟਬਿਨ 'ਚ ਪਾਉਣ ਵਾਲਾ ਕੰਮ ਕਰਤਾ ਜੀ। ਵੀ ਇਹ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਚੋਂ ਕਿਵੇਂ ਨਿਕਲਣਾ। ਜਿਹੜੇ ਚੰਗਾ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀਆਂ ਪਾਵਰਾਂ ਵਿਡਰਾ ਕਰ ਰਿਹਾ, ਅਸਲੀ ਤਾਂ ਇਸ ਨਲਾਇਕ ਬੰਦੇ ਦੀ ਪਾਵਰ ਵਿਡਰਾ ਕਰਨੀ ਚਾਹੀਦੀ ਲੋਕਾਂ ਨੂੰ। ਇੱਦਾਂ ਸਾਨੂੰ ਵਧੀਆ ਪ੍ਰਧਾਨ ਮੰਤਰੀ ਮੇਰਾ ਸ਼ਾਇਦ ਕਿਸੇ ਮੁਲਕ ਨੂੰ ਮਿਲਣਾ ਨਹੀਂ ਹੈ। ਇਹ ਵੀ ਸਾਡੇ ਜਮਨਿਤ ਮੈਮਰੀ ਆ। ਤੁਸੀਂ ਕਰਮਾਂ ਵਾਲੇ ਤੁਹਾਨੂੰ ਤਾਂ ਵਧੀਆ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਖਤਮ ਕਰ ਰਿਹਾ ਹੈ। ਤੁਹਾਡੇ ਸਿਰ ਤੇ ਕੋਈ ਟੈਨਸ਼ਨ ਨਹੀਂ ਰਹਿ ਨਹੀਂ ਦਿੰਦੀ। ਤੇ ਬੜੀ ਮਤਲਬ ਸਾਨੂੰ ਅਫਸੋਸ ਦੀ ਗੱਲ ਆ ਕਿ ਸਾਨੂੰ ਇੱਕ ਇਹੋ ਜਿਹਾ ਲੀਡਰ ਮਿਲਿਆ ਵੀ ਜਿਹੜਾ ਕਹਿੰਦਾ ਵਾ ਵੀ ਮੈਂ ਇਸ ਦੇਸ਼ ਦਾ ਬੇੜਾ ਗਰਕ ਕਰਕੇ ਤੇ ਫੇਰ ਹਟਣਾ। ਉਹਦਾ ਜਦੋਂ ਮੈਂ ਹਟਣਾ ਨਹੀਂ ਪਛਾਣ ਮਤਲਬ ਮੈਂ ਉਹ ਅੱਗੇ ਅੱਗੇ ਵੱਧਦਾ ਜਾਂਦਾ। ਜਿੱਦਾਂ ਤੁਸੀਂ ਗੱਲ ਕੀਤੀ ਆ ਬੈਂਕਾਂ ਦੀ ਕੀਤੀ ਆ ਗੱਲ, ਜਾਂ ਕਿਸਾਨਾਂ ਦੀ ਗੱਲ ਆ, ਜਾਂ ਮਜ਼ਦੂਰਾਂ ਦੀ ਗੱਲ ਆ, ਮਤਲਬ ਕੋਈ ਫੀਲਡ ਇਹਨੇ ਰਹਿ ਨਹੀਂ ਦੇਣਾ ਜਿਹੜਾ ਮਤਲਬ ਜਿਹਦੇ ਵਿੱਚ ਆਪਾਂ ਸੁੱਖ ਦਾ ਸਾਹ ਲੈ ਸਕੀਏ। ਜੇ ਹੁਣ ਜੇ ਪ੍ਰਾਈਵੇਟ ਨੂੰ ਸਭ ਕੁਝ ਦੇ ਦੇਣਾ ਆ ਤੇ ਫਿਰ ਉਹਨਾਂ ਤਾਂ ਫਿਰ ਇਸ ਦੇਸ਼ ਨੂੰ ਲੁੱਟਣਾ ਆ। ਤੇ ਜਦੋਂ ਇਹ ਦੇਸ਼ ਨੂੰ ਲੁੱਟਣਾ ਆ ਤੇ ਫਿਰ ਗਰੀਬੀ ਜਿਹੜੀ ਆ ਉਹ ਵਧਣੀ ਆ। ਜੇ ਗਰੀਬੀ ਵਧਣੀ ਆ ਤਾਂ ਫਿਰ ਇਹ ਦੇਸ਼ ਦੇ ਹਾਲਾਤ ਜਿਹੜੇ ਆ ਆਉਣ ਵਾਲੇ ਸਮੇਂ 'ਚ ਬਹੁਤ ਹੀ ਮਾੜੇ ਹੋਣੇ ਆ। ਕੋਈ ਪੰਜਾਬ ਦੇ ਵਿੱਚ ਕੋਈ ਮਤਲਬ ਜਿਹੜੀ ਪੰਜਾਬ ਦੇ ਵਿੱਚ ਲੁੱਟ ਕਰਨੀ ਇਹਨਾਂ ਨੇ, ਜਿਹੜਾ ਨਾਜ ਜਿਹੜਾ ਹੈਗਾ ਜੇ ਤੇ ਨਾਜ ਵਾਸਤੇ ਕਰਨਾ ਜਿਹੜਾ ਵੀ ਦਾਨੀ ਪਾਣੀ ਵਾਸਤੇ ਬਣਾਇਆ ਫਿਰ ਤਾਂ ਠੀਕ ਆ। ਤੇ ਜੇ ਇਹਨਾਂ ਨੇ ਪੰਜਾਬ ਵਾਸਤੇ ਬਣਾਇਆ ਤੇ ਪੰਜਾਬ 'ਚ ਇੰਡਸਟਰੀ ਤੇ ਲਾਉਣ ਬਿਨਾਂ। ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਮੈਂ ਇੱਕ ਵਾਰੀ ਫਿਰ ਬਹੁਤ ਸਾਰੀਆਂ ਸਰਗਰਮੀਆਂ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ। ਨਿਗਾਹ ਤੇ ਸਾਰਿਆਂ ਦੀ ਦਿੱਲੀ ਵਾਲੇ ਪਾਸੇ ਹੀ ਹੈ, ਪਰ ਇਸ ਦੇ ਦਰਮਿਆਨ ਇੱਧਰ ਉੱਧਰ ਹੋਰ ਬੜਾ ਕੁਝ ਵਾਪਰਨ ਲੱਗ ਪਿਆ। ਔਰ ਜਿਵੇਂ ਕਹਿੰਦੇ ਆ ਕਿ ਸਰਕਾਰ ਨੇ ਕਰੋਨਾ ਦੀ ਆੜ ਦੇ ਵਿੱਚ ਉਹਦੇ ਪਰਦੇ ਵਿੱਚ ਖੇਤੀ ਕਾਨੂੰਨ ਪਾਸ ਕਰ ਲਏ, ਉਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਹੋ ਰਿਹਾ। ਅੱਜ ਦੀ ਤਾਜ਼ਾ ਖਬਰ ਇਹ ਹੈ ਕਿ ਸਰਕਾਰ ਨੇ ਇੱਕ ਕੌਮੀ ਬੈਂਕ ਬਣਾਉਣ ਦਾ ਬਿੱਲ ਵੀ ਰਾਜ ਸਭਾ ਵਿੱਚ ਪੇਸ਼ ਕਰ ਦਿੱਤਾ। ਔਰ ਉਸ ਨਵੇਂ ਬੈਂਕ ਦੀ ਖਾਸੀਅਤ ਕੀ ਹੋਏਗੀ? ਖਾਸੀਅਤ ਇਹ ਹੋਏਗੀ ਕਿ ਇਸ ਬੈਂਕ ਦੀ ਕੋਈ ਵੀ ਆਡਿਟ ਵਗੈਰਾ ਨਹੀਂ ਹੋ ਸਕੇਗਾ। ਇਹ ਬੈਂਕ ਨਾ CBI ਦੇ ਅੰਡਰ ਹੋਏਗਾ, ਨਾ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਅੰਡਰ ਹੋਏਗਾ, ਨਾ ਕੰਟਰੋਲਰ ਆਡੀਟਰ ਜਨਰਲ ਦੇ ਅੰਡਰ ਹੋਏਗਾ, CAG ਦੇ ਅੰਡਰ ਵੀ ਨਹੀਂ ਹੋਏਗਾ। ਇਸ ਤੋਂ ਪਹਿਲਾਂ ਇੱਕ ਕੋਵਿਡ ਫੰਡ PM ਫੰਡ ਜਿਹੜਾ ਸੀ ਬਣਾਇਆ ਕੋਵਿਡ ਦੇ ਲਈ, ਉਹਦੇ ਉੱਤੇ ਵੀ ਇਸ ਕਿਸਮ ਦੀਆਂ ਪਾਬੰਦੀਆਂ ਨਹੀਂ ਸੀ। ਸੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਸ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਦੂਸਰੇ ਪਾਸੇ BJP ਦਾ ਵਿਰੋਧ ਹਰਿਆਣੇ 'ਚ ਵੱਡੇ ਪੱਧਰ 'ਤੇ, ਪੰਜਾਬ 'ਚ ਵੱਡੇ ਪੱਧਰ 'ਤੇ ਚੰਗੇ ਲੀਡਰਾਂ ਨੂੰ। ਕੱਲ੍ਹ ਤਾਂ ਹਰਿਆਣੇ ਦੇ ਵਿੱਚ ਇੱਕ ਬਰਿੰਦਰ ਜੋ ਉਹਨਾਂ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ, ਉਹਨਾਂ ਦਾ ਜਨਮ ਦਿਨ ਵੀ ਨਹੀਂ ਮਨਾਉਣ ਦਿੱਤਾ ਲੋਕਾਂ ਨੇ। ਬਠਿੰਡੇ ਦੇ ਵਿੱਚ ਜਿਆਣੀ ਸਾਹਿਬ ਦੇ ਵੀ ਸਮਾਗਮ ਨੂੰ ਉਹਨਾਂ ਨੇ ਰੋਕਿਆ। ਇਸੇ ਤਰ੍ਹਾਂ ਇੱਕ ਦੋ ਥਾਵਾਂ 'ਤੇ ਹੋਰ ਵੀ ਘਟਨਾਵਾਂ ਹੋਈਆਂ। ਦੂਸਰੇ ਪਾਸੇ ਸਿਆਸਤ ਇਸ ਲਈ ਸਰਗਰਮ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੀ ਤਿਆਰੀ ਕੀਤੀ ਜਾਣੀ ਹੈ। 2022 ਦੀ ਸਾਰੀਆਂ ਪਾਰਟੀਆਂ ਇਸ ਪਾਸੇ ਲੱਗੀਆਂ ਹੋਈਆਂ ਨੇ। ਔਰ ਨਵਜੋਤ ਸਿੱਧੂ ਜੋ ਬੜੀ ਦੇਰ ਤੋਂ
ਕੈਬਨਿਟ ਦੇ ਵਿੱਚੋਂ ਗੈਰ ਹਾਜ਼ਰ ਨੇ, ਉਹਨਾਂ ਬਾਰੇ ਚਰਚੇ ਚੱਲਦੇ ਆ। ਮਹੀਨੇ ਰਹਿ ਗਏ ਆ 9-10, ਕਿਉਂਕਿ ਦਸੰਬਰ ਦੇ ਅਖੀਰ ਦੇ ਵਿੱਚ ਇਲੈਕਸ਼ਨ ਕੋਡ ਲੱਗ ਜਾਣਾ। ਸੋ ਇਸ ਸਮੇਂ ਦੇ ਦੌਰਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਢੰਗ ਨਾਲ ਨਵਜੋਤ ਸਿੱਧੂ ਨੂੰ ਜੋੜ ਲਿਆ ਜਾਵੇ, ਕਿਉਂਕਿ ਉਹਦੇ ਇਮੇਜ ਦਾ ਫਾਇਦਾ ਵੋਟਰਾਂ ਤੋਂ ਲਿਆ ਜਾ ਸਕਦਾ ਹੈ। ਔਰ ਇੱਕ ਖਬਰ ਇਹ ਵੀ ਆਈ ਹੈ ਕਿ ਪਹਿਲਾਂ ਆਲਰੇਡੀ ਸਸਪੈਂਡ ਉਮਰਾ ਨੰਗਲ ਜੋ ਨੇ IG, ਉਹਨਾਂ ਨੂੰ ਦੁਬਾਰੇ ਇੱਕ ਨਸ਼ੇ ਦੇ ਕੇਸ ਦੇ ਵਿੱਚ ਵੀ ਜੋ ਰਿਪੋਰਟ ਚੱਲ ਰਹੀ ਸੀ ਉਹ ਸਰਕਾਰ ਨੂੰ ਸਬਮਿਟ ਕਰ ਦਿੱਤੀ ਗਈ ਹੈ। DGP ਨੇ ਰਿਕਮੈਂਡ ਕਰ ਦਿੱਤਾ, ਹੋਮ ਮਿਨਿਸਟਰੀ ਨੇ ਉਹਨਾਂ ਨੂੰ ਕੱਲ ਸਸਪੈਂਡ ਕਰ ਦਿੱਤਾ, ਨਾਲ 2 SP ਤੇ 2 DSP ਵੀ ਹੋ ਗਏ। ਔਰ ਕਰੋਨਾ ਦਾ ਤਹਿਲਕਾ ਵੀ ਕਿਸਾਨਾਂ ਦੇ ਉੱਤੇ ਜਿਹੜਾ ਉਹ ਮੰਡਰਾ ਰਿਹਾ, ਨਾਲ ਦੀ ਨਾਲ ਚੋਣਾਂ ਵੀ ਹੋ ਰਹੀਆਂ ਨੇ। ਔਰ ਦਿਲਚਸਪ ਖਬਰ ਇਹ ਹੈ ਕਿ ਇੱਕ ਅਖਬਾਰ ਨੇ ਲਿਖਿਆ ਹੈ ਕਿ ਮਮਤਾ ਬੈਨਰਜੀ ਕਿੰਨੀ ਸਿੰਪਲ ਮੁੱਖ ਮੰਤਰੀ ਹੈ, ਉੱਥੋਂ ਦੇ ਲੋਕ ਵੀ ਕਹਿੰਦੇ ਨੇ 2 ਕਮਰਿਆਂ ਵਿੱਚ ਰਹਿੰਦੇ ਨੇ ਉਹ ਤੇ ਤਨਖਾਹ ਵੀ ਨਹੀਂ ਲੈਂਦੇ। ਪਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਸਭ ਤੋਂ ਪਹਿਲਾਂ ਗੱਲ ਤੇ ਅਸੀਂ ਸ਼ੁਰੂ ਕਰਾਂਗੇ ਇਹ ਕਿ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਔਰ ਜੇ ਇਤਿਹਾਸ ਫੋਲ ਕੇ ਵੇਖ ਲਓ ਤੇ ਪੰਜਾਬ ਹਮੇਸ਼ਾ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਮੁਹਿੰਮਾਂ ਨਾਲ ਜੂਝਦਾ ਆ ਰਿਹਾ। ਔਰ ਇਹਦੇ ਵਿੱਚ ਜਿੱਥੇ ਤਾਜ਼ਾ ਸਥਿਤੀ, ਤਾਜ਼ਾ ਘਟਨਾਵਾਂ ਵਾਪਰੀਆਂ ਖੇਤੀ ਕਾਨੂੰਨਾਂ ਵਾਲੀਆਂ, ਉਹਦੇ ਨਾਲ ਇੱਕ ਹੋਰ ਸਮੱਸਿਆ ਚੱਲਦੀ ਰਹੀ ਜੋ ਹੁਣ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਈ ਹੈ। ਉਹ ਹੈ ਦਿੱਲੀ ਅੰਮ੍ਰਿਤਸਰ ਕਟੜਾ ਨੈਸ਼ਨਲ ਹਾਈਵੇ ਬਣਨਾ, ਐਕਸਪ੍ਰੈਸ ਹਾਈਵੇ ਬਣਨਾ। 650 ਕਿਲੋਮੀਟਰ ਦਾ ਹਾਈਵੇ ਹੈ ਔਰ ਇਹਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਪੱਧਰ ਤੇ ਐਕਵਾਇਰ ਹੋ ਰਹੀਆਂ ਨੇ। 2 ਫੇਜ਼ ਵਿੱਚ ਬਣ ਰਿਹਾ ਇਹ। ਔਰ ਇਹਦੇ ਵਿੱਚ ਕਿੰਨੇ ਕਿਸਾਨਾਂ ਦੀਆਂ ਜ਼ਮੀਨਾਂ ਆ ਜਾਣੀਆਂ ਨੇ ਇਸ ਬਾਰੇ ਤਾਂ ਨਹੀਂ ਹਾਲੇ ਕੋਈ ਅੰਕੜਾ, ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਖੜੀ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਇਹ ਜੋ ਨੈਸ਼ਨਲ ਹਾਈਵੇ ਬਣਨਾ ਹੈ ਇਹ ਕਈ ਰਾਜਾਂ ਦੇ ਵਿੱਚੋਂ ਲੰਘ ਕੇ ਜਾਣਾ, ਕਈ ਜ਼ਿਲ੍ਹਿਆਂ ਦੇ ਵਿੱਚੋਂ ਲੰਘਣਾ ਔਰ ਬਹੁਤ ਸਾਰੇ ਕਿਸਾਨਾਂ ਨੂੰ ਇਸ ਨੇ ਤਬਾਹ ਕਰਨਾ। ਉਹਦੇ ਲਈ ਵੱਡੀ ਐਜੀਟੇਸ਼ਨ ਸ਼ੁਰੂ ਹੋ ਗਈ ਹੋਈ ਹੈ, ਪ੍ਰਦਰਸ਼ਨ ਸ਼ੁਰੂ ਹੋ ਗਏ ਆ, ਘਿਰਾਓ ਸ਼ੁਰੂ ਹੋ ਗਿਆ। ਔਰ ਅੱਕ ਕੇ ਕਿਸਾਨ ਹੁਣ ਮੁੱਖ ਮੰਤਰੀ ਪੰਜਾਬ ਦੇ ਘਰ ਵਾਲੇ ਪਾਸੇ ਉਹਨਾਂ ਨੇ ਚਾਲੇ ਪਾਤੇ। ਔਰ ਪਟਿਆਲੇ ਦੇ ਵਿੱਚ ਉਹਨਾਂ ਨੇ ਪਹਿਲਾਂ ਸੜਕਾਂ ਤੇ ਜਾਮ ਲਾਇਆ, ਫਿਰ ਇੱਥੇ ਵੀ ਬੈਰੀਕੇਡ ਜੋ ਹੈ ਉਹ ਉਸੇ ਤਰ੍ਹਾਂ ਤਾਂ ਨਹੀਂ ਕਹਿ ਸਕਦੇ, ਪਰ ਬੈਰੀਕੇਡਾਂ ਨੂੰ ਪਰੇ ਕਰਕੇ ਕਿਸਾਨ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣੇ ਸ਼ੁਰੂ ਹੋ ਗਏ ਕੱਲ੍ਹ। ਸੋ ਇਹ ਵੱਡੀ ਇੱਕ ਨਵੀਂ ਸਮੱਸਿਆ ਕਿਸਾਨਾਂ ਦੇ ਸਿਰ ਦੇ ਉੱਤੇ, ਖਾਸ ਤੌਰ ਤੇ ਜੋ ਪਟਿਆਲਾ, ਸੰਗਰੂਰ, ਕਪੂਰਥਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਦੇ ਕਿਸਾਨ ਨੇ, ਉਹਨਾਂ ਦੇ ਉੱਤੇ ਮੰਡਰਾਉਣੀ ਸ਼ੁਰੂ ਹੋ ਗਈ ਹੈ। ਇੱਕ ਦਰਸ਼ਕ ਨੇ ਜੀ ਸਾਡੇ ਨਾਲ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਸ਼ਾਇਦ ਸਾਡਾ ਸੰਪਰਕ ਨਹੀਂ ਉਹਨਾਂ ਨਾਲ ਜੁੜ ਰਿਹਾ। ਹੈਲੋ ਸਤਿ ਸ਼੍ਰੀ ਅਕਾਲ ਸਰ। ਹਾਂਜੀ ਜੀ ਆਇਆਂ ਨੂੰ ਜੀ। ਕੌਣ ਸਾਹਿਬ ਬੋਲ ਰਹੇ ਹੋ? ਸ਼ੇਰਗਿੱਲ ਬੋਲਦਾ ਜੀ। ਹਾਂਜੀ ਸ਼ੇਰਗਿੱਲ ਸਾਹਿਬ, ਥੋੜੀ ਜਿਹੀ ਆਵਾਜ਼ ਘੱਟ ਆ ਰਹੀ ਸੀ ਤੁਹਾਡੀ। ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਐਸਾ ਨਲਾਇਕ ਬੰਦਾ ਦੇਸ਼ ਦੀ ਬਾਗਡੋਰ ਸੰਭਾਲ ਕੇ ਬੈਠਾ ਨਾ ਜੀ, ਇਹਨਾਂ ਸਾਰੇ ਦੇਸ਼ ਨੂੰ ਚੱਕਰ ਚ ਪਾਇਆ ਵਾ, ਸਾਰੀਆਂ ਸਟੇਟਾਂ ਨੂੰ ਚੱਕਰ ਚ ਪਾਇਆ ਵਾ। ਜਿਹੜੀ MLA ਦੀ ਕਦਰ ਸੀ ਉਹ ਵੀ ਖਤਮ ਹੈ, ਜਿਹੜਾ MP ਦੀ ਕਦਰ ਹੈ ਉਹ ਵੀ ਖਤਮ ਹੈ, ਜਿਹੜੀ ਜੱਜ ਦੀ ਕਦਰ ਹੈ ਉਹ ਵੀ ਖਤਮ ਹੈ, ਜਿਹੜੀ ਇੱਕ ਬਿਊਰੋਕਰੇਟ ਦੀ ਪਾਵਰ ਸੀ ਉਹ ਵੀ ਖਤਮ ਹੈ ਜੀ। ਤੁਸੀਂ ਦੇਖੋ ਵੀ ਇਹਨਾਂ ਨੂੰ ਕੂੜਾ ਬਣਾਤਾ, ਉਹਨੇ ਦੇਸ਼ ਨੂੰ ਕੂੜਾ ਬਣਾਤਾ, ਬਿਲਕੁਲ ਇੱਕ ਡਸਟਬਿਨ ਚ ਪਾਉਣ ਵਾਲਾ ਕੰਮ ਕਰਤਾ ਜੀ। ਵੀ ਇਹ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਇਸ ਚੋਂ ਕਿਵੇਂ ਨਿਕਲਣਾ। ਜਿਹੜੇ ਚੰਗਾ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀਆਂ ਪਾਵਰਾਂ ਵਿਡਰਾ ਕਰ ਰਿਹਾ, ਅਸਲੀ ਤਾਂ ਇਸ ਨਲਾਇਕ ਬੰਦੇ ਦੀ ਪਾਵਰ ਵਿਡਰਾ ਕਰਨੀ ਚਾਹੀਦੀ ਲੋਕਾਂ ਨੂੰ। ਇਹਨਾਂ ਦੇਸ਼ ਦਾ ਪੱਠਾ ਪਠਾਤਾ ਜੀ। ਮਤਲਬ ਜਿਹੜਾ ਹੁਣ ਆਪਣਾ ਹਾਈਵੇ ਐਕਸਪ੍ਰੈਸ ਹੈਗਾ ਉਹ 'ਚ ਮੁੱਖ ਮੰਤਰੀ ਕੁਝ ਨਹੀਂ ਕਰ ਸਕਦਾ, ਨਾ ਇਹਦੀ ਕਿਸੇ ਨਾਲ ਸੁਣਨੀ ਹੈ, ਨਾ ਇਹ ਜਾ ਕੇ ਉੱਥੇ ਅੜ ਸਕਦਾ, ਨਾ ਇਹ ਸੈਂਟਰ ਦੇ ਨਾਲ ਲੜ ਸਕਦਾ। ਇਹਦਾ ਕਿਸਾਨ ਹੁਣ ਇਹਦੇ ਵੱਲ ਨੂੰ ਇੱਕੋ ਕੰਮ ਕਰਨ ਵੀ ਇਹਨੂੰ ਵੋਟ ਹੀ ਨਾ ਪਾਉਣ, ਇਹਦੇ ਬੰਦੇ ਨੂੰ ਅੱਗੇ ਨਾ ਲਿਆਓ ਜਿਹੜਾ ਪੰਜਾਬ ਵਾਸਤੇ ਨਹੀਂ ਲੜ ਸਕਦਾ। ਬਾਦਲ ਤੇ ਹੁਣ ਕੈਪਟਨ ਪਰਿਵਾਰ ਪੰਜਾਬ ਵਾਸਤੇ ਨਹੀਂ ਲੜ ਸਕਦਾ। ਇਹਨਾਂ ਨੇ ਕਰਪਸ਼ਨ ਇੰਨੀ ਕੀਤੀ ਹੈ ਕਿਉਂਕਿ ਇਹ ਹੁਣ ਸੈਂਟਰ ਦੇ ਥੱਲੇ ਲੱਗੇ ਹੋਏ ਨੇ, ਸੈਂਟਰ ਦੇ ਖਿਲਾਫ ਨਹੀਂ ਬੋਲ ਸਕਦੇ। ਥੈਂਕ ਯੂ, ਧੰਨਵਾਦ ਜੀ। ਸ਼ੁਕਰੀਆ ਸ਼ੇਰਗਿੱਲ ਸਾਹਿਬ। ਇਹ ਸੱਚਮੁੱਚ ਚਿੰਤਾ ਦਾ ਵੱਡਾ ਵਿਸ਼ਾ ਬਣ ਗਿਆ ਕਿ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਕਿਸ ਢੰਗ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਵੀ ਇਸ ਕਿਸਮ ਦੇ ਖਦਸ਼ੇ ਵੀ ਪ੍ਰਗਟ ਕੀਤੇ ਜਾ ਰਹੇ ਕਿ ਇਹ ਜੋ ਸੜਕ ਬਣਨੀ ਹੈ
ਬਹੁਤ ਵੱਡੀ 4 ਲੇਨ ਬਣਨੀ ਹੈ ਸੜਕ ਇਹ ਐਕਸੈਸ ਕੰਟਰੋਲਡ ਹੈ, ਭਾਵ ਕਿ ਇਹਦੇ ਵਿੱਚ ਵੜਨ ਦੇ ਲਈ ਹਰ ਵਿਅਕਤੀ ਨੂੰ ਇਜਾਜ਼ਤ ਨਹੀਂ ਹੋਏਗੀ ਕਿ ਤੁਸੀਂ ਟਰੈਕਟਰ ਲੈ ਕੇ ਲੰਘ ਜਾਓਗੇ, ਤੁਸੀਂ ਮੋਟਰਸਾਈਕਲ ਲਾ ਕੇ ਲੰਘ ਜਾਓਗੇ। ਇਹ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਜਾਂ ਕਿਸਾਨਾਂ ਦੇ, ਚਾਹੇ ਉਹ ਹਰਿਆਣੇ ਦੇ ਹੋਣ ਚਾਹੇ ਪੰਜਾਬ ਦੇ ਹੋਣ, ਜੇ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਲੰਘ ਰਹੀ ਹੈ ਤਾਂ ਉਹਨਾਂ ਦੇ ਹੱਕ ਕਿਉਂ ਮਾਰੇ ਜਾ ਰਹੇ ਨੇ। ਹੋਰ ਨੇ ਸਾਡੇ ਨਾਲ ਦਰਸ਼ਕ ਜੀ, ਗੱਲ ਕਰਦੇ ਹਾਂ। ਹੈਲੋ ਬੜਾ ਸਤਿ ਸ੍ਰੀ ਅਕਾਲ ਪਿਆਰਾ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ, ਬਹੁਤ ਦੇਰ ਬਾਅਦ ਤੁਹਾਡੀ ਹਾਜ਼ਰੀ, ਜੀ ਆਇਆਂ ਨੂੰ। ਹੋਰ ਸੁਣਾਓ, ਕਿੱਦਾਂ? ਠੀਕ ਠਾਕ ਜੀ? ਠੀਕ ਠਾਕ। ਤੁਸੀਂ ਪੰਜਾਬ ਆਏ ਹੋਏ ਸੀ? ਹਾਂਜੀ, ਮੈਂ ਹੁਣੇ ਕੱਲ ਆਇਆ ਵਾਪਸ ਤੇ ਮੈਂ ਥੋੜਾ ਤੁਹਾਡੇ ਦਰਸ਼ਨ ਕਰੀ ਅੱਜ। ਜੀ ਸ਼ੁਕਰੀਆ, ਜੀ ਆਇਆਂ ਨੂੰ। ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਪਹਿਲੇ ਕਾਲਰ ਦੀ ਗੱਲ ਬੜੀ ਕਰਦਾ, ਉਹਨੇ ਬਿਲਕੁਲ ਨਿਚੋੜ ਕਰਕੇ ਦੱਸਿਆ ਹੈ ਜੀ। ਬਾਕੀ ਬੜੈਚ ਸਾਹਿਬ, ਅਗਰ ਆਪਾਂ ਇਹ ਅਖਾਣ ਕਿ ਪੰਜਾਬ ਦੇ ਜਨਮ ਨਿਤ ਮੁਹੰਮਾ, ਮੇਰਾ ਖਿਆਲ ਹੁਣ ਆਪਾਂ ਨੂੰ ਇਹ ਖਿਤਾਬ ਨਾ ਗੁਜਰਾਤ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਗੁਜਰਾਤ ਵਧੀਆ ਕੰਮ ਕਰ ਰਿਹਾ, ਕੋਈ ਕਮਾਈ ਸਾਰਾ ਮੁਲਕ ਕਰ ਰਿਹਾ ਤੇ ਲੁੱਟ ਖੁੱਟ ਕੇ ਪੈਸੇ ਕਮਾ ਇਹ ਲੋਕ ਰਹੇ ਆ, ਬਾਹਰ ਨੂੰ ਇਹ ਭੇਜ ਰਹੇ ਆ ਤੇ ਆਪ ਭੱਜ ਰਹੇ ਆ, ਕਿਉਂਕਿ ਕਮਾਈ ਦਾ ਸਾਰੀ ਇੰਡੀਆ ਕਰਦਾ ਹੈ। ਬਾਕੀ ਗੱਲ ਵੀ ਏਦਾਂ ਸਾਨੂੰ ਵਧੀਆ ਪ੍ਰਧਾਨ ਮੰਤਰੀ ਮੇਰਾ ਸ਼ਾਇਦ ਕਿਸੇ ਮੁਲਕ ਨੂੰ ਮਿਲਣਾ ਨਹੀਂ ਹੈ, ਇਹ ਵੀ ਸਾਡੇ ਜੰਮੇ ਨਿਤ ਮੈਮਰੀ ਆ। ਤੁਸੀਂ ਕਰਮਾਂ ਵਾਲੇ ਵੀ, ਤੁਹਾਨੂੰ ਤਾਂ ਵਧੀਆ ਪ੍ਰਧਾਨ ਮੰਤਰੀ ਮਿਲਿਆ, ਤੁਹਾਡੀਆਂ ਸਾਰੀਆਂ ਟੈਨਸ਼ਨਾਂ ਖਤਮ ਕਰ ਰਿਹਾ ਹੈ, ਤੁਹਾਡੇ ਸਿਰ ਤੇ ਕੋਈ ਟੈਨਸ਼ਨ ਨਹੀਂ ਰਹਿ ਨਹੀਂ ਦੇਣੀ। ਧੰਨਵਾਦ ਜੀ। ਜੀ ਪਿਆਰਾ ਸਿੰਘ ਜੀ ਸ਼ੁਕਰੀਆ, ਬਹੁਤ ਦੇਰ ਬਾਅਦ ਇਹਨਾਂ ਨੇ ਹਾਜ਼ਰੀ ਲਾਈ ਹੈ ਆਪਣੀ, ਔਰ ਵਿਅੰਗ ਨਾਲ ਗੱਲ ਉਹਨਾਂ ਕਹੀ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਸਾਰੀ ਦੁਨੀਆ ਨੂੰ ਮਿਲਣਾ ਚਾਹੀਦਾ, ਇਹੋ ਜਿਹਾ ਪ੍ਰਧਾਨ ਮੰਤਰੀ ਸਾਨੂੰ ਮਿਲਿਆ, ਸਾਰੀਆਂ ਟੈਨਸ਼ਨਾਂ ਹੀ ਖਤਮ ਹੋ ਜਾਣੀਆਂ ਨੇ। ਇੱਕ ਹੋਰ ਦਰਸ਼ਕ ਨੇ ਜੀ, ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹੈਲੋ ਹਾਂਜੀ ਵਡਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸ਼ੀਨਾ ਸਾਹਿਬ? ਠੀਕ ਹੈ ਜੀ, ਆਪਣੇ ਸੁਣਾਓ? ਠੀਕ ਠਾਕ, ਵਧੀਆ। ਹਾਂਜੀ ਵਡਾ ਸਾਹਿਬ, ਬੇਨਤੀ ਇਸ ਤਰ੍ਹਾਂ ਵਾ ਵੀ ਚਲੋ ਮਤਲਬ ਪ੍ਰਧਾਨ ਮੰਤਰੀ ਬਣਦੇ ਆਏ ਆ ਤੇ ਗਾਂਹ ਵੀ ਬਣਨੇ ਆ, ਪਰ ਵੇਖੋ ਜਿਹੜੇ ਸਾਡੇ ਦੇਸ਼ ਦੇ ਸਿਆਸੀ ਲੀਡਰ ਨੇ ਨਾ, ਵੇਖੋ ਇਹਨਾਂ ਦਾ ਜਿਹੜਾ ਮਤਲਬ ਆਪਾਂ ਦੇਸ਼ ਦੀ ਗੱਲ ਜੋ ਕਰਦੇ ਆ ਨਾ, ਸਾਡਾ ਦੇਸ਼ ਨਾਲ ਸਭ ਤੋਂ ਪਹਿਲਾਂ ਸਾਡਾ ਦੇਸ਼ ਅੱਗੇ ਹੋਣਾ ਚਾਹੀਦਾ ਆ ਜੀ, ਠੀਕ ਨੀ? ਕਿਉਂਕਿ ਜੇ ਦੇਸ਼ ਨੂੰ ਅਸੀਂ ਨਹੀਂ ਅੱਗੇ ਚੁੱਕਾਂਗੇ ਤਾਂ ਬਾਕੀ ਫਿਰ ਇੱਕ ਮਨੁੱਖ ਜਿਹੜਾ ਆਪਣੇ ਆਪ ਉਹ ਕੁਛ ਨਹੀਂ ਕਰ ਸਕਦਾ। ਤੇ ਬੜੀ ਮਤਲਬ ਸਾਨੂੰ ਅਫਸੋਸ ਦੀ ਗੱਲ ਆ ਕਿ ਸਾਨੂੰ ਇੱਕ ਇਹੋ ਜਿਹਾ ਲੀਡਰ ਮਿਲਿਆ ਵੀ ਜਿਹੜਾ ਕਹਿੰਦਾ ਵਾ ਵੀ ਮੈਂ ਇਸ ਦੇਸ਼ ਦਾ ਬੇੜਾ ਗਰਕ ਕਰਕੇ ਤੇ ਫੇਰ ਹਟਣਾ, ਉਹਦਾ ਚਲੋ ਮੈਂ ਹਟਣਾ ਨਹੀਂ ਗਾ, ਸ਼ਾਮ ਮਤਲਬ ਮੈਂ ਉਹ ਅੱਗੇ ਵੱਧਦਾ ਜਾਂਦਾ ਹੈ। ਜਿੱਦਾਂ ਤੁਸੀਂ ਗੱਲ ਕੀਤੀ ਆ ਬੈਂਕਾਂ ਦੀ ਕੀਤੀ ਆ ਗੱਲ, ਜਾਂ ਕਿਸਾਨਾਂ ਦੀ ਗੱਲ ਆ, ਜਾਂ ਮਜ਼ਦੂਰਾਂ ਦੀ ਗੱਲ ਆ, ਮਤਲਬ ਕੋਈ ਫੀਲਡ ਇਹਨੇ ਰਹਿ ਨਹੀਂ ਦੇਣਾ ਜਿਹੜਾ ਮਤਲਬ ਜਿਹਦੇ ਵਿੱਚ ਆਪਾਂ ਸੁੱਖ ਦਾ ਸਾਹ ਲੈ ਸਕੀਏ। ਠੀਕ ਹੈ, ਜਿਹੜੀ ਆਪਾਂ ਇਹਦੀ ਗੱਲ ਕਰਦੇ ਆ ਨਾ ਵੀ 4 ਮਹਿਕਮੇ ਅਸੀਂ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਪ੍ਰਾਈਵੇਟ ਕਰਨੇ ਆ। ਵੇਖੋ ਵੱਡਾ ਸਾਹਿਬ, ਅਮਰੀਕਾ ਵਿੱਚ ਇਹ ਆ ਵੀ ਇੱਥੇ ਪ੍ਰਾਈਵੇਟ ਜ਼ਿਆਦਾ ਨਹੀਂ ਹੈਗੇ, ਇੱਥੇ ਇਹਨਾਂ ਨੇ ਇਹ ਕੀਤਾ ਵਾ ਕਿ ਸੈਂਟਰ ਨੇ 4 ਮਹਿਕਮੇ ਆਪਣੇ ਕੋਲ ਰੱਖ ਕੇ ਫੈਡਰਲ ਗਵਰਨਮੈਂਟ ਨੇ ਬਾਕੀ ਜਿਹੜੇ ਮਹਿਕਮੇ ਨੇ ਬਹੁਤੇ ਉਹ ਸਟੇਟਾਂ ਨੂੰ ਦਿੱਤੇ ਆ। ਕੁਝ ਸਟੇਟਾਂ ਕੋਲ ਇੰਨੇ ਅਧਿਕਾਰ ਨੇ ਇੱਥੇ ਕਿ ਮਤਲਬ ਉਹਨਾਂ ਨੂੰ ਮਤਲਬ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ, ਇਹਨਾਂ ਕੋਲ ਇੰਨੀ ਉਹਨਾਂ ਦੇ ਆਮਦਨ ਦੇ ਸਾਧਨ ਨੇ, ਇੰਨੇ ਉਹਨਾਂ ਕੋਲ ਮਤਲਬ ਅਧਿਕਾਰ ਨੇ, ਬਹੁਤ ਸਾਰੇ ਅਧਿਕਾਰ ਨੇ ਉਹਨਾਂ ਅੱਗੇ। ਇਸ ਕਰਕੇ ਜੇ ਇਹਨੇ ਆਪਣਾ ਭਾਰ ਹੌਲਾ ਕਰਨਾ ਵੀ ਹੈ ਨਾ ਤੇ ਫਿਰ ਉਹ ਮਤਲਬ ਜਿਹੜੇ ਮਹਿਕਮੇ ਹੈਗੇ ਬਹੁਤ ਸਾਰੇ ਉਹ ਮਤਲਬ ਸਟੇਟਾਂ ਨੂੰ ਅਧਿਕਾਰ ਦੇ ਜਿਹੜੀਆਂ ਸਟੇਟਾਂ ਮੰਗਦੀਆਂ ਨੇ, ਜੇ ਹੁਣ ਪ੍ਰਾਈਵੇਟ ਨੂੰ ਸਭ ਕੁਝ ਦੇ ਦੇਣਾ ਆ ਤੇ ਫਿਰ ਉਹਨਾਂ ਤਾਂ ਫਿਰ ਇਸ ਦੇਸ਼ ਨੂੰ ਲੁੱਟਣਾ ਆ, ਤੇ ਜਦੋਂ ਇਹ ਦੇਸ਼ ਨੂੰ ਲੁੱਟਣਾ ਆ ਤੇ ਫਿਰ ਗਰੀਬੀ ਜਿਹੜੀ ਆ ਉਹ ਵਧਣੀ ਆ। ਜੇ ਗਰੀਬੀ ਵਧਣੀ ਆ ਤਾਂ ਫਿਰ ਇਹ ਦੇਸ਼ ਦੇ ਹਾਲਾਤ ਜਿਹੜੇ ਆ ਆਉਣ ਵਾਲੇ ਸਮੇਂ 'ਚ ਬਹੁਤ ਹੀ ਮਾੜੇ ਹੋਣੇ ਆ। ਇਸ ਕਰਕੇ ਇਹਨਾਂ ਨੂੰ ਚਾਹੀਦਾ ਵਾ ਕਿ ਇਹ ਆਪਣੇ ਇੰਟਰਸਟ ਛੱਡ ਕੇ ਜਾਂ ਜਿਹੜੇ ਕਾਰਪੋਰੇਟ ਉਹਨਾਂ ਦੇ ਇੰਟਰਸਟ ਛੱਡ ਕੇ ਜਿਹੜਾ ਕਿਸਾਨ ਵਾ ਤੇ ਮਜ਼ਦੂਰ ਆ ਉਹਦੇ ਇੰਟਰਸਟ ਨੂੰ ਸੋਚਣ, ਕਿਉਂਕਿ ਇਹ ਬੈਂਕਾਂ ਨੂੰ ਸੀਗਾ ਬੈਂਕ ਜੋ ਮਰਜ਼ੀ ਬੈਂਕਾਂ ਨੇ ਜਿਹੜੇ ਪ੍ਰਾਈਵੇਟ ਬੈਂਕ ਉਹਨਾਂ ਦੇ ਅੱਗੇ ਲੁੱਟਣਾ ਹੋਰ ਲੁੱਟਣਗੇ, ਠੀਕ ਨੇ? ਤੇ ਸੋ ਦੇਸ਼ ਨੂੰ ਬਚਾਉਣਾ ਚਾਹੀਦਾ ਜੀ। ਬਾਕੀ ਵੇਖੋ ਹੁਣ ਜਿਹੜਾ ਤੁਸੀਂ ਰੋਡ ਦੀ ਗੱਲ ਕੀਤੀ ਆ, ਜਿਹੜਾ ਸਿੱਧਾ ਮਤਲਬ ਸ਼ਾਰਟੈਸਟ ਰੂਟ ਹੈਗਾ ਨਾ ਮਤਲਬ ਦਿੱਲੀ ਤੋਂ ਕਟੜੇ ਦਾ, ਉਹ ਇਹੋ ਹੀ ਆ, ਮਤਲਬ ਦਿੱਲੀ, ਲੁਧਿਆਣਾ, ਅੰਬਾਲਾ, ਸਾਰਾ ਜਲੰਧਰ ਤੇ ਇੱਥੋਂ ਜਲੰਧਰੋਂ ਫਿਰ ਅੱਗੇ ਤੁਸੀਂ ਚੱਲ ਜਾਓ ਪਠਾਨਕੋਟ ਨੂੰ, ਇਹ ਸ਼ਾਰਟ ਰੂਟ ਆ। ਜਿਹੜਾ ਰੂਟ ਇਹਨਾਂ ਨੇ ਹੁਣ ਲਿਖਿਆ ਹੈ ਨਾ, ਇਹਦੇ ਨਾਲ ਆਪਾਂ ਨੂੰ ਪੰਜਾਬ ਨੂੰ ਫਾਇਦਾ ਕੀ ਆ? ਵੇਖਣਾ ਇਹ ਵੀ ਕੋਈ ਪੰਜਾਬ ਵਿੱਚ ਕੋਈ ਇੰਡਸਟਰੀ ਤਾਂ ਲਾ ਨਹੀਂ ਰਹੇ, ਕੋਈ ਪੰਜਾਬ ਦੇ ਵਿੱਚ ਕੋਈ ਮਤਲਬ ਜਿਹੜੀ ਪੰਜਾਬ ਦੇ ਵਿੱਚ ਲੁੱਟ ਕਰਨੀ ਇਹਨਾਂ ਨੇ, ਜਿਹੜਾ ਨਾਜ ਜਿਹੜਾ ਹੈਗਾ ਜੇ ਤਾਂ ਨਾਜ ਵਾਸਤੇ ਕਰਨਾ, ਜਿਹੜਾ ਵੀ ਦਾਨੀ ਪਾਣੀ ਵਾਸਤੇ ਬਣਾਇਆ ਫਿਰ ਤਾਂ ਠੀਕ ਆ, ਤੇ ਜੇ ਇਹਨਾਂ ਨੇ ਪੰਜਾਬ ਵਾਸਤੇ ਬਣਾਇਆ ਤੇ ਪੰਜਾਬ 'ਚ ਇੰਡਸਟਰੀ ਤੇ ਲਾਉਣ, ਪਹਿਲਾਂ ਇੰਡਸਟਰੀ ਤੇ ਕੋਈ ਹੈ ਕੋਈ ਨਹੀਂ। ਇਹਦਾ ਜੱਟਾਂ ਦੀ ਜ਼ਮੀਨ ਜਿਹੜੀ ਆ ਫਿਰ ਕੌਡੀਆਂ ਦੇ ਭਾਅ ਲੈ ਰਹੇ, ਫਿਰ ਉਹਨਾਂ ਦਾ ਸਹੀ ਭਾਅ ਰੇਟ ਨਹੀਂ ਦੇ ਰਹੇ ਜੀ। ਬਿਲਕੁਲ ਜੀ ਤੁਹਾਨੂੰ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇਹਦਾ ਇੱਕ ਜਿਹੜਾ ਪ੍ਰੋਟੋਕੋਲ ਆ ਇਸ ਐਕਸਪ੍ਰੈਸਵੇ ਦਾ, ਜਿਹੜਾ ਤੁਸੀਂ ਨਕਸ਼ਾ ਵੀ ਵੇਖਿਆ ਇੱਥੇ ਸਾਡੇ ਸਕਰੀਨ ਦੇ ਉੱਤੇ, ਇਹਦੇ ਵਿੱਚ ਐਕਸੈਸ ਕੰਟਰੋਲ ਹੈ, ਭਾਵ ਕਿ ਤੁਸੀਂ ਆਪਣੇ ਆਪ ਇਹਦੇ ਵਿੱਚ ਜਿੱਥੇ ਨਹੀਂ ਵੜ ਸਕਦੇ, ਇਹਦੇ ਉੱਤੇ ਪਾਬੰਦੀਆਂ ਹੋਣਗੀਆਂ ਕਿ ਕਿਹੜੇ ਵਹੀਕਲ ਚੱਲ ਸਕਣਗੇ ਔਰ ਕਿੰਨੀ ਦੂਰੀ ਤੇ ਕੱਟ ਹੋਣਗੇ। ਐਂਟਰੀ ਪੁਆਇੰਟ ਜੇ ਨਹੀਂ ਕਿ ਹਰ ਇੱਕ ਥਾਂ ਤੇ ਦਿੱਤੇ ਜਾਣਗੇ। ਔਰ ਇਹ ਪਤਾ ਲੱਗ ਰਿਹਾ ਕਿ ਇਹ ਸਿਰਫ ਵਪਾਰ ਵਾਸਤੇ ਹੈ
ਔਰ ਲੋਕੀ ਤਾਂ ਇਹ ਵੀ ਕਹਿ ਰਹੇ ਆ ਕਿ ਸਿਰਫ ਅਡਾਨੀ ਤੇ ਅੰਬਾਨੀ ਦੇ ਜਿੱਥੇ ਸਾਈਲੋਜ਼ ਨੇ, ਜਿੱਥੇ ਉਹਨਾਂ ਦਾ ਵਪਾਰ ਹੈ ਜਿਹੜੇ ਏਰੀਆ 'ਚ, ਇਹ ਸਿਰਫ ਉਸੇ ਏਰੀਆ ਨੂੰ ਲੰਘ ਕੇ ਜਾਣੀ। ਔਰ ਇਹਦੀ ਖਾਸੀਅਤ ਇੱਕ ਹੋਰ ਹੈ, ਇਹਦੀ ਖਾਸੀਅਤ ਇਸ ਐਕਸਪ੍ਰੈਸ ਵੇ ਦੀ ਹੋਰ ਹੈ ਕਿ ਇਹਦਾ ਸੁਪਨਾ ਜੋ ਹੈ ਉਹ 2016 ਦੇ ਵਿੱਚ ਹੀ ਲਿਆ ਗਿਆ। ਵੈਸੇ ਬਹੁਤ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਪ੍ਰੋਜੈਕਟ ਏਡੀ ਛੇਤੀ ਉਹਨਾਂ ਨੂੰ ਸੋਚਿਆ ਜਾਂਦਾ ਤੇ ਉਸ ਤੋਂ ਬਾਅਦ ਇੰਨੀ ਛੇਤੀ ਉਹਨਾਂ ਦੇ ਉੱਤੇ ਕਾਰਵਾਈ ਵੀ ਸ਼ੁਰੂ ਹੋ ਜਾਂਦੀ ਹੈ। 2016 ਦੇ ਵਿੱਚ ਇਹ ਪ੍ਰੋਜੈਕਟ ਜੋ ਸਾਡੀ ਮੌਜੂਦਾ ਸਰਕਾਰ ਹੈ ਪਹਿਲੇ ਟਰਮ ਦੇ ਵਿੱਚ ਉਹ ਬਣੀ, ਇਹ ਸੋਚਿਆ ਗਿਆ ਔਰ ਇਹ ਇਸ਼ਾਰਾ ਉੱਧਰ ਹੀ ਹੋ ਰਿਹਾ ਕਿ ਇਹਦੇ ਲਈ ਵਪਾਰੀਆਂ ਦਾ ਪੱਖ ਪੂਰਿਆ ਜਾ ਰਿਹਾ, ਕਿਉਂਕਿ ਕਿਸਾਨਾਂ ਦੇ ਨਾਲ ਜੋ ਮਾੜੀ ਹੋਣੀ ਹੈ ਉਹ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਬਾਹਲਾ ਲੱਗਦਾ, ਪਰ ਜਿਨ੍ਹਾਂ ਦੀ ਜਾ ਰਹੀ ਹੈ ਜ਼ਮੀਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਜ਼ਮੀਨ 10 ਕਿੱਲੇ ਹੈ, ਉਹਦੇ ਵਿੱਚੋਂ ਦੀ ਲੰਘ ਗਿਆ ਤੇ ਕਿੱਡੀ ਵੱਡੀ ਸੜਕ ਹੁੰਦੀ 4 ਲੇਨ ਹੋਣੀ ਹੈ ਔਰ ਉਹਦੇ ਵਿੱਚ ਤੁਹਾਡੇ 2.5 ਕਿੱਲੇ ਇੱਧਰ ਰਹਿ ਗਏ ਤੇ ਤੁਹਾਡਾ 1.5 ਕਿੱਲਾ ਇੱਧਰ ਰਹਿ ਗਿਆ, ਬਾਕੀ ਜ਼ਮੀਨ ਆ ਗਈ ਸੜਕ ਦੇ ਵਿੱਚ। ਉਹ ਕਿਸਾਨ ਕਿਵੇਂ ਪਾਣੀ ਦਊਗਾ ਉੱਧਰ, ਕਿਵੇਂ ਉੱਧਰ ਟਰੈਕਟਰ ਲੈ ਕੇ ਜਾਊਗਾ, ਕਿਉਂਕਿ ਉੱਥੇ ਲੰਘਣ ਦਾ ਰਸਤੇ ਤਾਂ ਹੋਣੇ ਨਹੀਂ। ਹੋ ਸਕਦਾ 10 ਕਿਲੋਮੀਟਰ ਤੇ ਜਾ ਕੇ ਇੱਕ ਐਂਟਰੀ ਮਿਲਦੀ ਹੋਵੇ, ਸਰਵਿਸ ਰੋਡ ਬਣਨੀਆਂ ਕਿ ਨਹੀਂ ਬਣਨੀਆਂ, ਕਿੱਥੇ ਬਣਨੀਆਂ ਨੇ, ਸਾਰੇ 'ਚ ਬਣਨੀਆਂ ਕਿ ਨਹੀਂ ਬਣਨੀਆਂ, ਇਹ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਬਣੀ ਹੋਈ ਹੈ। ਇੱਕ ਹੋਰ ਦਰਸ਼ਕ ਨੇ ਜੀ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸੰਮੇਵਾਲੀ ਜੀ, ਜੀ ਆਇਆਂ ਨੂੰ। ਹਾਂਜੀ, ਅੱਜ ਬੜੇ ਦਿਨਾਂ ਬਾਅਦ ਸਰਦਾਰ ਪਿਆਰਾ ਸਿੰਘ ਆਏ ਜੀ, ਠੀਕ ਤਾਂ ਹੈਗੇ ਸੀ? ਹਾਂਜੀ ਬਿਲਕੁਲ ਜੀ, ਪੰਜਾਬ ਘੁੰਮਣ ਆਏ ਹੋਏ ਸੀਗੇ। ਚਲੋ ਥੈਂਕ ਯੂ ਜੀ, ਉਹਨਾਂ ਦਾ ਧੰਨਵਾਦ ਉਹਨਾਂ ਦਾ। ਤੇ ਕਾਰਨ ਕੀ ਹੈਗਾ ਜੀ, ਸ਼ੀਨਾ ਸਾਹਿਬ ਆਂਦੇ ਸੀ ਵੀ ਕਾਰਪੋਰੇਟ ਘਰਾਣਿਆਂ ਨੇ ਲੁੱਟਣਾ ਹੈ ਤੇ ਬਾਦਸ਼ਾਹਾਂ ਨੇ ਘੱਟ ਕੀਤੀ ਹੈ ਜੀ, ਕੈਪਟਨ ਨੇ ਘੱਟ ਕੀਤੀ ਹੈ ਜੀ, ਕਿਸੇ ਵੀ ਨਹੀਂ ਸਰ ਬਖਸ਼ਣਾ। ਟੋਪੀ ਵਾਲਿਆਂ ਨੇ ਘੱਟ ਕੀਤੀ ਸੀ ਜੀ ਸਰ, ਜਹਾਜ਼ਾਂ ਦੇ ਜਹਾਜ਼ ਭਰ ਕੇ NRI ਵੀਰਾਂ ਨੇ ਮਾਇਆ ਭੇਜੀ ਤੇ ਸਾਰਾ ਲੁੱਟ ਪੁੱਟ ਕੇ ਦਿੱਲੀ ਨੂੰ ਲੈ ਗਏ, ਕਿਸੇ ਵੀ ਨਹੀਂ ਸਰ ਬਖਸ਼ਿਆ। ਹਰ ਇੱਕ ਬੰਦਾ ਆਪੋ ਆਪਣੀ ਥਾਂ ਤੇ ਸੁਹਿਰਦ ਹੋਵੇ ਜੀ। ਇੱਥੋਂ ਹੀ ਕੋਈ ਲੀਡਰ ਚੁਗਣ ਤੇ ਤਾਂ ਹੀ ਇਹ ਬਚਣਗੇ, ਨਹੀਂ ਤਾਂ ਫਿਰ ਇਸੇ ਤਰ੍ਹਾਂ ਹੀ ਲੁੱਟੇ ਪੁੱਟੇ ਜਾਂਦੇ ਰਹਿਣਗੇ। ਥੈਂਕ ਯੂ ਸਰ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸੰਮੇਵਾਲੀ ਜੀ। ਸੰਮੇਵਾਲੀ ਜੀ ਹਰ ਵਾਰੀ ਗੱਲ ਜੋ ਹੈ ਸਿੱਧੀ ਕਹਿ ਦਿੰਦੇ ਆ, ਠੀਕ ਹੈ, ਆਪਣੀ ਗੱਲ ਕਹਿਣੀ ਵੀ ਚਾਹੀਦੀ ਹੈਗੀ ਹੈ। ਸਾਡੇ ਨਾਲ ਇੱਕ ਹੋਰ ਦਰਸ਼ਕ ਨੇ ਜੁੜੇ ਹੋਏ। ਹੈਲੋ ਜੀ ਬੜਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੇਰਗਿੱਲ ਸਾਹਿਬ। ਹਾਂ ਸ਼ੇਰਗਿੱਲ ਜੀ ਜੀ, ਕਿੱਦਾਂ ਦੀ? ਹਾਂਜੀ ਠੀਕ ਠਾਕ ਜੀ। ਮੋਦੀ ਸਾਹਿਬ ਤਾਂ ਇੱਕ ਜੁਮਲੇਬਾਜ਼ ਆ। ਹੁਣ ਉਹ ਤੇ ਬੰਗਾਲ ਦੇ ਵਿੱਚ ਇੱਕ BJP ਦਾ ਵਰਕਰ ਆ ਕੇ ਉਹਨਾਂ ਦੇ ਮਤਲਬ ਪੈਰੀਆਂ ਥਲਾਉਣ ਲੱਗਾ, ਉਹਦੇ ਪੈਰੀਆਂ ਥਲਾਉਣ ਲੱਗ ਪਿਆ ਆਪ ਜੀ। ਪਹਿਲੀ ਤਾਂ ਗੱਲ ਆ ਵੀ ਇੰਨੀ ਸਿਕਿਉਰਿਟੀ ਦੇ ਵਿੱਚ ਬੰਦਾ ਚੜਿਆ ਕਿੱਦਾਂ ਉੱਥੇ ਸਟੇਜ ਦੇ ਉੱਤੇ? ਇਹ ਤਾਂ ਇੱਕ ਜੁਮਲੇਬਾਜ਼ੀ ਹੋਇਆ ਨਾ। ਪਹਿਲੇ ਬੇਤ ਬਣਾਈ ਗਈ ਵੀ ਲੋਕਾਂ ਨੇ, ਫਿਰ ਐਡਵਰਟਾਈਜ਼ਮੈਂਟ ਕੀਤੀ ਗਈ ਵੀ ਸਾਡੇ ਪ੍ਰਧਾਨ ਮੰਤਰੀ ਜੀ ਤਾਂ ਇੰਨੇ ਨਰਮ ਦਿਲ ਆ। ਉਹ ਤਾਂ ਇੱਕ ਬੰਦੇ ਦੇ ਪੈਰੀ ਹੱਥ ਲਾ ਕੇ ਤਾਂ ਨਰਮ ਦਿਲ ਹੋ ਗਏ, ਤੇ ਜਿਹੜੇ ਹਜ਼ਾਰਾਂ ਲੱਖਾਂ ਹੀ ਬੰਦੇ ਉੱਥੇ ਬਾਰਡਰ ਤੇ ਬੈਠੇ ਆ ਉਹਨਾਂ ਨੂੰ ਮੂੰਹ ਵੀ ਨਹੀਂ ਕਰਦਾ। 300 ਦੇ ਉੱਪਰ ਸ਼ਹੀਦ ਹੋ ਗਏ, ਉਹਨਾਂ ਦਾ ਇੱਕ ਵੀ ਲਫ਼ਜ਼ ਉਸ ਬੰਦੇ ਦੇ ਮੂੰਹ ਚੋਂ ਨਿਕਲਿਆ ਅਸੀਂ ਕਿਤੇ ਚਾਈਨਾ ਤੋਂ ਜਾਂ ਪਾਕਿਸਤਾਨ ਤੋਂ ਆਏ ਨਹੀਂ ਗਏ, ਅਸੀਂ ਵੀ ਤਾਂ ਭਾਰਤ ਦੇ। ਪਰ ਜਿੰਨੇ ਸਾਡਾ ਪੰਜਾਬ ਨੇ ਸੰਦਾਪ ਚੁੱਪ ਝੱਲਿਆ ਜਾਂ ਬੰਗਾਲ ਨੇ ਝੱਲਿਆ, ਇਹ ਨਹੀਂ ਕਿਸੇ ਤਾਂ ਬੈਠਿਆਂ ਦੇ ਹੱਥ ਆ ਗਿਆ ਸਭ ਕੁਝ। ਜਿੱਦਾਂ ਕਹਿੰਦੇ ਹੁੰਦੇ ਗੁੱਟ ਨੇ ਸਹਿਆ ਮਰਿਆ ਆ, ਇਹਨਾਂ ਨੂੰ ਕੀ ਪਤਾ ਚਿੱਤਰ ਨਾਲ ਸਹਿਆ ਮਾਰ ਲਿਆ ਜੀ ਇਹਨਾਂ ਨੇ। ਮੈਂ ਇੱਕ ਥੋੜੀ ਗੱਲ ਜੀ ਕਹਾ कहता मंसूर की दुनिया कहा मजबूर की दुनिया। वाह वाह। जमी से फलक तक कैसे दीवाना पहुंच पाएगा, खुद ही का बोल वाला है खुदाई नजर नहीं आती, खुदारा इनसे तो पूछो तेरी दीवानगी क्या है। तेरी रजा कुछ और थी मेरा इरादा और था, बिगड़ी बनाते ही रहे दीवानगी में हम, खुद ही के दौर में गालिब क्या क्या गुल खिलाए हैं, तेरे रुतबे ओ शोहरत को वहां पर कौन देखेगा, जमाने भर की गर्दिश ने मुझे को घेर रखा है, कभी मेरी इबादत भी वहां तक पहुंच पाएगी। बहुत अच्छा शायरी ਦੇ ਵਿੱਚ ਗੱਲ ਕਹਿਣ ਦੇ ਵਿੱਚ ਆਪਣੇ ਆਪ ਦੇ ਵਿੱਚ ਮਜ਼ਾ ਆਉਂਦਾ ਹੈ। ਸ਼ੁਕਰੀਆ ਸ਼ੇਰਗਿੱਲ ਸਾਹਿਬ। ਬੜੀ ਸਵਾਲ ਤੇ ਇਹ ਉੱਠਦਾ ਹੈ ਕਿ ਅਗਰ ਕਿਸੇ ਸੰਸਥਾ ਦੇ ਉੱਤੇ ਕੋਈ ਚੈੱਕ ਹੀ ਨਹੀਂ ਹੋਏਗਾ, ਉਹਦਾ ਸੈਲਫ ਚੈੱਕ ਹੋਏਗਾ, ਤਾਂ ਫਿਰ ਉਹਨੂੰ ਚੈੱਕ ਕੌਣ ਕਰੇਗਾ? ਦੇਸ਼ ਦਾ ਪੈਸਾ ਉੱਥੇ ਜਾਏਗਾ, ਉਹ ਜਿੱਥੇ ਮਰਜ਼ੀ ਖਰਚਣਗੇ। ਭਾਵੇਂ ਦਾਅਵੇ ਕੀਤੇ ਜਾ ਰਹੇ ਕਿ ਬਹੁਤ ਵੱਡਾ ਇਨਫਰਾਸਟ੍ਰਕਚਰ ਖਰਚ ਕਰਨ ਲਈ ਖੜਾ ਕਰਨ ਲਈ ਇਹ ਬੈਂਕ ਬਣਾਇਆ ਜਾ ਰਿਹਾ। ਸੱਚਮੁੱਚ ਸਵਾਲ ਹੈ ਕਿ ਜਿਸ ਅਦਾਰੇ ਦੇ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੋਏਗਾ,
ਤਾਂ ਉੱਥੇ ਕੀ ਕੁਝ ਹੋਏਗਾ, ਜਦੋਂ ਕਿ ਹਾਲੇ ਬੈਂਕਾਂ ਦੇ ਉੱਤੇ, ਬਾਕੀ ਮਹਿਕਮਿਆਂ ਦੇ ਉੱਤੇ CBI, ਇੰਟੈਲੀਜੈਂਸ, ਵਿਜੀਲੈਂਸ ਬਿਊਰੋ, ਕਿੰਨਾ ਕੁਝ ਹੈ, ਫਿਰ ਵੀ ਸਾਡਾ ਦੇਸ਼ ਦੁਨੀਆ ਦੇ ਵਿੱਚ ਭ੍ਰਿਸ਼ਟ ਮੁਲਕਾਂ ਦੀ ਵੱਡੀ ਸਭ ਤੋਂ ਪਹਿਲੀ ਫਰਿਸ਼ਤ ਦੇ ਵਿੱਚ ਅਸੀਂ ਖੜੇ ਹੁੰਦੇ ਹਾਂ ਜਿੱਥੇ ਭ੍ਰਿਸ਼ਟਾਚਾਰ ਹੈ। ਸਾਡੇ ਨਾਲ ਦਰਸ਼ਕ ਨੇ ਜੀ, ਹੋਰ ਗੱਲ ਕਰਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਵਡੈਤ ਸਾਹਿਬ, ਮੈਂ ਦਲਜੀਤ ਬੋਲ ਰਿਹਾ ਜੀ। ਜੀ ਸਿਡਨੀ ਤੋਂ। ਹਾਂਜੀ ਜੀ ਦਲਜੀਤ ਜੀ, ਮੇਰਾ ਇੱਕ ਸਵਾਲ ਤੁਹਾਡੇ ਕੋਲ ਇਹ ਹੈ, ਜਿਹੜਾ ਕੱਲ ਕੇਜਰੀਵਾਲ ਗਵਰਨਮੈਂਟ ਦੇ ਵਿੱਚ ਜਿਹੜਾ ਬਿੱਲ ਪਾਸ ਹੋਇਆ ਹੈ, ਜਦੋਂ ਰਾਜ ਸਭਾ ਦੇ ਵਿੱਚ ਉਹਨਾਂ ਕੋਲ ਬਹੁਤ ਸੰਮਤੀ ਨਹੀਂ ਸੀ ਜੀ, ਇਹ ਉੱਥੋਂ ਕਿਵੇਂ ਪਾਸ ਹੋਇਆ ਜੀ? ਜੀ ਤਾਂ ਇਹ ਬਹੁਤ ਹੀ ਮੰਦਭਾਗਾ ਹੈ ਲਾਈਕ ਟੋਟਲ ਲੋਕਤੰਤਰ ਦੇ ਵਾਸਤੇ। ਦੂਜੀ ਗੱਲ ਇਹ ਹੈ, ਜਿਹੜਾ ਅੱਜ ਇੱਕ ਬਿਆਨ ਆਇਆ ਬੰਗਾਲ ਦੇ ਜਿਹੜਾ BJP ਦਾ ਪ੍ਰਧਾਨ ਆ ਉਹਦੇ ਵੱਲੋਂ, ਉਹਦੇ ਦੇਖੋ ਉਹਦੇ ਵਿੱਚ ਇੰਡੀਆ ਆਪਾਂ ਇਹ ਮਤਲਬ ਕਿ ਗਵਰਨਮੈਂਟ ਦੇ ਲੋਕ ਕਿੱਥੇ ਤੱਕ ਗਿਰ ਗਏ ਨੇ। ਉਹ ਇੱਕ ਪਾਸੇ ਦਾ ਕਹਿ ਰਹੇ ਆ ਦੀਦੀ ਤੇ ਦੂਜੇ ਪਾਸੇ ਉਹ ਦੀਦੀ ਦੇ ਨੰਗੀਆਂ ਲੱਤਾਂ ਤੇ ਕਮੈਂਟ ਕਰ ਰਹੇ ਆ। ਸੋ ਬੜੀ ਇਹ ਮੰਦਭਾਗੀ ਗੱਲ ਹੈ ਸਾਡੇ ਸਮਾਜ ਵਾਸਤੇ ਕਿ ਸਾਡੇ ਕੋਲ ਇਹੋ ਜਿਹੇ ਲੀਡਰ ਆ ਗਏ ਜਿਹੜੇ ਇੱਕ ਪਾਸੇ ਭੈਣ ਕਹਿ ਰਹੇ ਨੇ ਤੇ ਦੂਜੇ ਪਾਸੇ ਭੈਣ ਦੀਆਂ ਲੱਤਾਂ ਤੇ ਕਮੈਂਟ ਕਰ ਰਹੇ ਨੇ। ਧੰਨਵਾਦ ਜੀ। ਜੀ ਦਲਜੀਤ ਜੀ, ਸਵਾਲ ਤੁਹਾਡਾ ਬਹੁਤ ਵਧੀਆ। ਬੰਗਾਲ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਨੇ, ਵੈਸਟ ਬੰਗਾਲ ਦੇ ਵਿੱਚ, ਉਹਦੇ ਵਿੱਚ ਰਾਜਨੀਤੀ ਨੇ ਨੈਤਿਕਤਾ ਦੀਆਂ ਹੱਦਾਂ ਸਾਰੀਆਂ ਖਤਮ ਕਰ ਦਿੱਤੀਆਂ ਨੇ। ਉੱਥੇ ਕਿਸ ਢੰਗ ਨਾਲ ਇੱਕ ਦੂਜੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸੱਚਮੁੱਚ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਮਾਡਲ ਤੋਂ ਕੀ ਅੱਗੇ ਸਿੱਖੇਗੀ। ਦੇਸ਼ ਜਿਹੜਾ ਕਿਸ ਪਾਸੇ ਜਾ ਰਿਹਾ, ਇਹ ਬੜੀ ਵੱਡੀ ਚਿੰਤਾ ਵਾਲੀ ਸਥਿਤੀ ਹੈ। ਤੁਸੀਂ ਜੋ ਆ ਵਿਜ਼ੂਅਲਸ ਵੇਖ ਰਹੇ ਹੋ ਇਸ ਵਕਤ ਸਕਰੀਨ ਦੇ ਉੱਤੇ, ਇਹ ਪਟਿਆਲੇ ਦੇ ਨੇ, ਕਿਉਂਕਿ ਇਹ ਕਿਸਾਨ ਉਹ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਨੈਸ਼ਨਲ ਹਾਈਵੇ ਵਾਸਤੇ, ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨੇ ਐਕਵਾਇਰ ਕਰਨੀਆਂ ਨੇ। ਨੋਟਿਸ ਹੋ ਚੁੱਕੇ ਹੋਏ ਆ, ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ, ਬਹੁਤ ਵੱਡੇ ਪੱਧਰ ਦੇ ਉੱਤੇ ਐਕਵਾਇਰ ਕਰਨ ਦੀ ਕਾਰਵਾਈ ਚੱਲਦੀ ਪਈ ਆ। ਔਰ ਇਹ ਕਿਸਾਨ ਮਜਬੂਰ ਹੋ ਕੇ ਇਹਨਾਂ ਨੂੰ ਹੁਣ, ਕਿਉਂਕਿ ਇਹ ਦਿੱਲੀ ਨਹੀਂ ਜਾ ਸਕਦੇ ਸਾਰੇ, ਦਿੱਲੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹਿਲਾਂ ਹੀ 3 ਖੇਤੀ ਕਾਨੂੰਨਾਂ ਨੂੰ ਲੈ ਕੇ ਉੱਥੇ ਬੈਠੇ ਹੋਏ ਆ। ਇਹਨਾਂ ਨੇ ਹੁਣ ਇਹ ਸੋਚਿਆ ਕਿ ਮੁੱਖ ਮੰਤਰੀ ਨੂੰ ਘੱਟੋ ਘੱਟ ਜ਼ੋਰ ਪਾਇਆ ਜਾਵੇ ਕਿ ਉਹ ਕੇਂਦਰ ਨਾਲ ਇਸ ਮਸਲੇ ਤੇ ਹੱਲ ਕਰਨ। ਉਹਨਾਂ ਦੀਆਂ ਸਮੱਸਿਆਵਾਂ ਇਹ ਨਹੀਂ ਹੈਗੀਆਂ ਕਿ ਜ਼ਮੀਨ ਐਕਵਾਇਰ ਹੋ ਰਹੀ ਹੈ, ਸਮੱਸਿਆਵਾਂ ਉਹਨਾਂ ਦੀਆਂ ਹੋਰ ਨੇ। ਉਹਨਾਂ ਨੂੰ ਪੈਸਾ ਘੱਟ ਦਿੱਤਾ ਜਾ ਰਿਹਾ, ਬਾਕੀ ਮੁਕਾਬਲੇ ਤੇ ਜੋ ਪਹਿਲਾਂ ਜ਼ਮੀਨਾਂ ਹੋਈਆਂ ਨੇ ਉਹਨਾਂ ਨੂੰ ਪੈਸਾ ਘੱਟ ਮਿਲ ਰਿਹਾ। ਉਹਨਾਂ ਦੀਆਂ ਵਿਚਾਰਿਆਂ ਦੀਆਂ ਘਾਟੇ ਨਹੀਂ ਪੂਰੇ ਹੋਣੇ। ਇੱਕ ਤਾਂ ਜ਼ਮੀਨਾਂ ਵੰਡੀਆਂ ਜਾਣੀਆਂ ਨੇ, ਇੱਕਦਮ ਘਰ ਉੱਜੜ ਜਾਣੇ ਨੇ, ਕਈਆਂ ਦੇ ਘਰ ਵੀ ਆ ਜਾਣੇ ਨੇ ਵਿੱਚ, ਉਹ ਕਿੱਥੇ ਜਾਣਗੇ? ਸਰਕਾਰਾਂ ਇਸ ਕਰਨ ਤੋਂ ਪਹਿਲਾਂ ਕਿਉਂ ਨਹੀਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਕਿ ਉਹਨਾਂ ਨੂੰ ਨੁਕਸਾਨ, ਜੋ ਇੱਕ ਕਿਸਾਨ ਇਹੋ ਜਿਹਾ ਵੀ ਹੋ ਸਕਦਾ ਕਿ ਜਿਹਦੀ ਪੂਰੀ ਜ਼ਮੀਨ ਉਸ ਜ਼ਮੀਨ 'ਚ ਆ ਜਾਵੇ ਸੜਕ ਦੇ ਵਿੱਚ, ਔਰ ਇੱਕ ਪਾਸੇ ਉਹਦੀ ਹੋ ਸਕਦਾ ਅੱਧੀ ਕਨਾਲ ਜ਼ਮੀਨ ਬਚ ਜਾਵੇ। ਉਹ ਅੱਧੀ ਕਨਾਲ ਕਿੱਥੇ ਲੈ ਕੇ ਜਾਊਗਾ? ਕਿਉਂਕਿ ਸੜਕ ਨੇ ਤਾਂ ਸਿੱਧੀ ਨਿਕਲਣਾ, ਕਿਤੋਂ ਸੜਕ ਵਿੱਚ ਜ਼ਮੀਨ ਪੂਰੀ ਆ ਜਾਣੀ ਹੈ, ਕਿਤੋਂ ਕਿਸੇ ਦੀ ਕਿਸਾਨ ਦੀ 2 ਹਿੱਸਿਆਂ 'ਚ ਵੰਡੀ ਜਾਣੀ ਹੈ। ਹੋ ਸਕਦਾ ਕਿਸੇ ਦੀ ਅੱਧਾ ਕਿੱਲਾ ਹੀ ਇੱਕ ਪਾਸੇ ਰਹਿ ਜਾਵੇ ਤੇ ਪਿੰਡ ਦਾ ਦੂਸਰੇ ਪਾਸੇ ਹੋਵੇ, ਉਹ ਕੀ ਕਰੇਗਾ? ਇਹ ਸਮੱਸਿਆਵਾਂ ਬਹੁਤ ਵੱਡੀਆਂ ਨੇ, ਲੇਕਿਨ ਡਿਵੈਲਪਮੈਂਟ ਵੇਲੇ ਇਹ ਗੱਲਾਂ ਨੂੰ ਧਿਆਨ ਰੱਖਣ ਵਿੱਚ ਬਹੁਤ ਲੋੜ ਹੁੰਦੀ ਹੈ ਜੋ ਸਰਕਾਰਾਂ ਨਹੀਂ ਰੱਖਦੀਆਂ। ਸਾਡੇ ਨਾਲ ਸਾਡੇ ਦਰਸ਼ਕ YouTube ਤੇ ਵੀ ਜੁੜੇ ਹੋਏ ਆ। ਭੁਪਿੰਦਰ ਧਾਲੀਵਾਲ, ਪੰਮਾ ਜੀ, ਅਸੀਂ ਇਹਨਾਂ ਨੂੰ ਰਸੀਦ ਦੇ ਰਹੇ ਹਾਂ। SN ਦੀਪ ਸਾਡੇ ਨਾਲ ਜੁੜੇ ਹੋਏ ਆ। ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਸਾਡੇ ਦਰਸ਼ਕ ਗੁਰਦੇਵ ਸਿੰਘ, ਫਿਰ ਇਸੇ ਤਰ੍ਹਾਂ ਸਾਡੇ ਨਾਲ ਜੀ ਨਿਮਾ ਸੋਹਲ, ਕੁਲਦੀਪ ਸਿੰਘ ਜੁੜੇ ਹੋਏ ਨੇ। ਅਸੀਂ ਬਾਕੀ ਵੀ ਰਸੀਦਾਂ ਜ਼ਰੂਰ ਦੇਵਾਂਗੇ, ਕਮੈਂਟ ਵੀ ਲਿਖੇ ਜਾ ਰਹੇ ਨੇ ਇੱਥੇ। ਸਾਡੇ ਨਾਲ ਦਰਸ਼ਕ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹਾਂਜੀ, ਕੌਣ ਸਾਹਿਬ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਲਦੀਪ ਬੋਲ ਰਿਹਾ ਜੀ। ਹਾਂਜੀ, ਕਿੱਥੋਂ ਬੋਲਦੇ ਹੋ? ਮੈਂ ਜੀ ਟੋਰਾਂਟੋ ਤੋਂ ਬੋਲਦਾ ਜੀ। ਜੀ ਜੀ ਬਲਜੀਤ ਜੀ, ਕੀ ਕਹਿਣਾ ਚਾਹੋਗੇ? ਭਾਈ ਮੇਰਾ ਇੱਕ ਅਲੱਗ ਵਿਚਾਰ ਹੈ ਜੀ, ਹੋ ਸਕਦਾ ਬਾਹਲੇ ਦਰਸ਼ਕ ਇੰਨਾ ਐਗਰੀ ਨਾ ਕਰਨ ਜੀ, ਪਰ ਤੁਸੀਂ ਦੇਖੋ ਕਿ ਆਪਾਂ ਸਾਰੇ ਸੰਘਰਸ਼ ਆਪਾਂ ਫਾਈਟ ਵੀ ਕਰ ਰਹੇ ਹਾਂ, ਦਿੱਲੀ ਵੀ ਆਪਣੇ ਬੰਦੇ ਬੈਠੇ ਆ, ਹਰ ਜਗ੍ਹਾ ਫਾਈਟ ਕਰ ਰਹੇ ਆ। ਪਰ ਤੁਸੀਂ ਆਪਣੇ ਜਲਾਲਾਬਾਦ ਵਾਲੀ ਰੈਲੀ ਵੀ ਦੇਖੀ ਹੋਣੀ, ਬਟੂਆ ਦੀ ਵੀ ਰੈਲੀ ਦੇਖੀ ਹੋਣੀ ਜੀ ਜੀ। ਉੱਥੇ ਕੌਣ ਬੰਦੇ ਸੀ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਗਏ? ਉਹ ਕੌਣ ਸੀਗੇ ਲੋਕ? ਮੈਂ ਜਾਣਨਾ ਚਾਹੁੰਦਾ ਜੀ ਤੁਹਾਡੇ ਵਿਚਾਰ ਵੀ ਕੌਣ ਸੀ ਉਹ? ਇੱਕ ਬੋਤਲ ਤਾਂ ਮੁਰਗੇ ਵਾਲੇ ਲੋਕ ਸੀਗੇ ਜਾਂ ਕੌਣ ਲੋਕ ਸੀ ਤੇ ਕਰੋੜਾਂ ਦੀ ਗਿਣਤੀ ਵਿੱਚ ਸੁਖਬੀਰ ਮਗਰ ਆ ਗਏ ਜਾਂ ਬਲਟੋਏ ਮਗਰ ਆ ਗਏ ਜੀ? ਕੌਣ ਲੋਕ ਸੀਗੇ ਜੀ? ਗੱਲ ਹੈ ਬਲਜੀਤ ਜੀ, ਕਰੋੜਾਂ ਦੀ ਗਿਣਤੀ ਵਿੱਚ ਤਾਂ ਨਹੀਂ ਸੀ, ਇਕੱਠ ਬਹੁਤ ਵੱਡਾ ਸੀ। ਪਰ ਇਹ ਪਾਰਟੀਆਂ ਜਦੋਂ ਆਪਣੇ ਇਕੱਠ ਕਰਦੀਆਂ ਨੇ, ਇਹ ਕਰਾਊਡ ਮੈਨੇਜ ਕਰਦੀਆਂ ਨੇ। ਕਰਾਊਡ ਮੈਨੇਜ ਕੀਤਾ ਜਾਂਦਾ ਹੈ।
ਲੋਕਾਂ ਨੂੰ ਵਿਖਾਉਣ ਵਾਸਤੇ, ਕਿਉਂਕਿ ਮੀਡੀਆ ਨੇ ਉਹਦੇ ਉੱਤੇ ਖਬਰਾਂ ਬਣਾਉਣੀਆਂ ਹੁੰਦੀਆਂ ਨੇ, ਫੋਟੋਆਂ ਬਣਾਉਣੀਆਂ ਹੁੰਦੀਆਂ ਨੇ, ਵਰਕਰ ਵੀ ਹੁੰਦੇ ਨੇ, ਪਰ ਮੈਨੇਜ ਵੀ ਕੀਤਾ ਜਾਂਦਾ। ਇਹੋ ਜਿਹੀਆਂ ਰੈਲੀਆਂ ਬਹੁਤ ਹੋ ਚੁੱਕੀਆਂ ਨੇ। ਜਿਵੇਂ ਮੋਦੀ ਸਾਹਿਬ ਬਾਰੇ ਭਾਜਪਾ ਦੀਆਂ ਰੈਲੀਆਂ ਵਿੱਚ ਕਈ ਵਾਰੀ ਇੰਟਰਵਿਊਜ਼ ਆਈਆਂ ਨੇ ਉਹਨਾਂ ਲੋਕਾਂ ਦੀਆਂ ਕਿ ਉਹਨਾਂ ਨੂੰ ਦਿਹਾੜੀ ਤੇ ਲਿਆਂਦਾ ਗਿਆ। ਇਸੇ ਤਰ੍ਹਾਂ ਅਕਾਲੀ ਦਲ, ਕਾਂਗਰਸ ਪਾਰਟੀਆਂ ਵਾਲੇ ਜੋ ਵੱਡੀਆਂ ਰੈਲੀਆਂ ਕਰਦਾ ਨੇ ਉਹ ਮੈਨੇਜ ਵੀ ਕੀਤੇ ਜਾਂਦੇ ਆ, ਉੱਥੇ ਜਿਹੜੇ ਲੋਕ ਆਉਂਦੇ ਆ। ਸੋ ਇਹ ਬਹੁਤ ਟੈਕਟਿਕਸ ਜਿਹੜੇ ਵਰਤੇ ਜਾਂਦੇ ਆ। ਗੱਲਾਂ ਆਪਾਂ ਹੋਰ ਵੀ ਕਰਨੀਆਂ ਨੇ, ਕਿਉਂਕਿ ਲੱਖਾ ਸਿਧਾਣਾ ਬਾਰੇ ਵੀ ਬਿਆਨ ਆ ਗਿਆ ਹੋਇਆ ਜਥੇਬੰਦੀਆਂ ਦਾ ਕਿ ਉਹ ਹੁਣ ਗਰਜੂਗਾ ਆ ਕੇ ਉੱਥੇ ਦਿੱਲੀ ਪੁਲਿਸ ਫੜ ਕੇ ਵਿਖਾਵੇ, ਤੇ ਨਾ ਮਿਲਵਰਤਨ ਵਾਲੇ ਪਾਸੇ ਸਰਕਾਰ ਹੁਣ ਮਜਬੂਰ ਕਰ ਰਹੀ ਹੈ ਕਿਸਾਨਾਂ ਨੂੰ। ਇਹਦੇ ਬਾਰੇ ਗੱਲ ਕਰਾਂਗੇ, ਪਰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਨਾਲ ਫੇਸਬੁੱਕ, YouTube ਦੇ ਉੱਤੇ ਵੀ ਜੁੜੇ ਹੋਏ ਨੇ, ਕੁਝ ਕਮੈਂਟਸ ਆ ਰਹੇ ਨੇ ਸਾਡੇ ਕੋਲੇ, ਬਹੁਤ ਅੱਛੀ ਗੱਲ ਹੈ। ਲੇਕਿਨ ਸਾਡੇ ਨਾਲ ਕੁਝ ਕਾਲਰਸ ਬੜੀ ਦੇਰ ਤੋਂ ਹੋਲਡ ਕਰਕੇ ਬੈਠੇ ਹੋਏ ਆ, ਅਸੀਂ ਰਸੀਦ ਵੀ ਦੇਵਾਂਗੇ, ਲੇਕਿਨ ਕਾਲਰਸ ਨਾਲ ਪਹਿਲਾਂ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭੁਪਿੰਦਰ ਬੋਲਦਾ ਜੀ। ਜੀ ਭੁਪਿੰਦਰ ਜੀ, ਕਿੱਥੋਂ? ਮੈਂ ਟੋਰਾਂਟੋ ਤੋਂ ਬੋਲਦਾ ਜੀ। ਥੈਂਕ ਯੂ ਤੁਹਾਡਾ। ਤੁਸੀਂ ਸਰਦਾਰ ਸਾਹਿਬ, ਤੁਸੀਂ ਉਹ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਸਰਦਾਰ ਸਾਹਿਬ ਇੰਨੇ ਨਾਈਸ ਸੀ, ਤੁਸੀਂ ਵੀ ਬਹੁਤ ਜ਼ਿਆਦਾ ਜੇ, ਤੇ ਜੀ ਤੁਹਾਡੀਆਂ ਖਬਰਾਂ ਬਹੁਤ ਨਾਈਸ ਹੁੰਦੀਆਂ ਨੇ, ਤੇ ਥੈਂਕ ਯੂ ਤੁਹਾਡਾ ਸੋ ਮਚ। ਜੀ ਜੀ, ਕੀ ਕਹਿਣਾ ਚਾਹੋਗੇ? ਜੀ ਅੱਛਾ, ਜੀ ਮੈਂ ਕੁਇਕਲੀ ਕਹਿਣਾ ਕਿ ਆਪਣਾ ਹੁਣ ਤੇ ਮੌਕਾ ਆਇਆ ਆਪਣੇ ਲੋਕਾਂ ਕੋ, ਆਪਣੀ ਕੌਮ ਕੋ ਜੀ, ਤੇ ਜੋ ਵੀ ਚੱਲ ਰਿਹਾ ਵੋਟਾਂ ਦਾ ਵਗੈਰਾ ਜੋ ਆਉਣੀ ਵਾਲਾ ਟਾਈਮ, ਤੇ ਆਪਣੀ ਕੌਮ ਨੂੰ ਚਾਹੀਦਾ ਕਿ ਆਪਣੇ ਇੰਨਾ ਆਪਾਂ ਹਾਰਡ ਆਪਾਂ ਕਰ ਰਹੇ ਹਾਂ, ਤੇ ਆਪਾਂ ਕਿਉਂ ਨਹੀਂ ਆਪਣਾ ਜਿੰਨੇ ਕਿਸਾਨ ਨੇ ਏਕਤਾ ਜਾਣੇ ਆਪਣੇ ਸਾਰੇ ਆਪਣੇ ਆਪਣਾ 117 ਵੋਟਾਂ ਤੋਂ ਆਪਾਂ ਸਾਰੇ ਆਪਾਂ ਆਪਣੇ ਆਪਾਂ ਖਿਲਾਰੀ ਆ ਆਪਣਾ ਵੋਟਾਂ ਤੇ, ਮਤਲਬ ਕਿ ਜੋ ਵੀ ਇਲੈਕਸ਼ਨ ਆ ਰਹੀ ਜੋ ਵੀ ਹੈ ਨਾ, ਸਮਝ ਗਏ? ਤੇ ਆਪਾਂ ਇਹਨਾਂ ਤੇ ਆਪਾਂ ਵੇਖ ਲਿਆ ਜ਼ਿੰਦਗੀ ਮੇਰਾ ਹੁਣ ਗਾਂ ਵੀ ਤੁਹਾਨੂੰ ਬੇਵਕੂਫ ਬਣਾ ਰਹੇ ਨੇ ਜਿੰਨਾ ਵੀ ਟਾਈਮ ਆ ਰਿਹਾ। ਜੀ ਸ਼ੁਕਰੀਆ। ਜੀ ਇਸ ਤਰ੍ਹਾਂ ਦੇ ਸੁਝਾਅ ਲੋਕਾਂ ਵੱਲੋਂ ਬਹੁਤ ਆ ਰਹੇ ਨੇ, ਕਲਾਕਾਰਾਂ ਵੱਲੋਂ, ਵਿਦਵਾਨ ਬੁੱਧੀਜੀਵੀਆਂ ਵੱਲੋਂ ਵੀ ਆ ਰਹੇ ਨੇ, ਪਰ ਹਾਲੇ ਸਭ ਤੋਂ ਵੱਡੀ ਸਮੱਸਿਆ ਜੋ ਹੈ ਕਿਸਾਨਾਂ ਦੇ ਮੂਹਰੇ ਉਹ ਹੈ ਕਿ 3 ਖੇਤੀ ਕਾਨੂੰਨ ਵਾਪਸ ਕਰਾਉਣੇ ਆ। ਜੇ ਉਹ ਨਹੀਂ ਹੁੰਦੇ ਤਾਂ ਵੱਡੇ ਸੰਕਟ ਦੇ ਵਿੱਚ ਪੰਜਾਬ ਦੀ ਕਿਸਾਨੀ, ਹਿੰਦੁਸਤਾਨ ਦੇ ਬਾਕੀ ਸੂਬਿਆਂ ਦੀ ਕਿਸਾਨੀ ਜੋ ਹੈ ਫਸ ਜਾਏਗੀ। ਇੱਕ ਹੋਰ ਦਰਸ਼ਕ ਨੇ ਜੀ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਹਾਂਜੀ, ਕੌਣ ਸਾਹਿਬ ਜੀ? ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ? ਹਾਂਜੀ ਵੀਰ ਜੀ, ਜੀਤ ਸਿੰਘ ਬੋਲਦਾ ਜੀ। ਜੀ ਜੀਤ ਸਿੰਘ ਜੀ ਆਇਆਂ ਨੂੰ। ਹਾਂਜੀ ਵੀਰ ਜੀ, ਮੈਂ ਗਿਆਨੀ ਸਾਹਿਬ ਦਾ ਇੱਕ ਨਾ ਹੁਣੇ ਖਬਰਾਂ ਸੁਣ ਰਿਹਾ ਸੀਗਾ ਜੀ, ਤੇ ਉਹ ਕਹਿੰਦੇ ਵੀ ਇਹ ਕਾਨੂੰਨ ਆਪਾਂ ਰੱਦ ਨਹੀਂ ਕਰਨੇ ਬਿਲਕੁਲ ਵੀ ਸਰਕਾਰ ਨੇ ਜੀ, ਇਹ 'ਚ ਸੋਧ ਹੋ ਸਕਦੀ ਹੈ ਜੀ। ਮੇਰੀ ਆਮ ਜਨਤਾ ਨੂੰ, ਇਕੱਲੇ ਪੰਜਾਬ ਦੀ ਨਹੀਂ, ਦੇਸ਼ ਦੀ ਜਨਤਾ ਨੂੰ ਇੱਕ ਅਪੀਲ ਆ, ਜੀ, ਆਪਣੇ ਵੋਟ ਦੀ ਤਾਕਤ ਪਛਾਣੋ ਤੇ ਇਹਨਾਂ ਨੂੰ ਹੀ ਰੱਦ ਕਰ ਦਿਓ। ਬਿਲਕੁਲ, ਬੀਜੇਪੀ ਸਰਕਾਰ ਨੂੰ ਰੱਦ ਕਰੋ ਜੀ, ਠੀਕ ਹੈ ਜੀ। ਅਬ ਕੀ ਵਾਰ ਮੋਦੀ ਸਰਕਾਰ ਦੇਸ਼ ਸੇ ਬਾਹਰ, ਇਹ ਨਾਰਾ ਹੋਣਾ ਚਾਹੀਦਾ ਜੀ, ਠੀਕ ਹੈ ਜੀ। ਜੇ ਤੁਸੀਂ ਬਚਣਾ ਨਹੀਂ, ਤੁਸੀਂ ਆ ਦਿੱਲੀ ਦਾ ਕਾਨੂੰਨ ਜੋ ਇਹਨਾਂ ਨੇ ਕੀਤਾ ਹੈਗਾ ਗਵਰਨਰ ਰਾਜ ਦਾ, ਉਹ ਸਾਹਮਣੇ ਆ। ਬਾਕੀ ਹੋਰ ਜੋ ਕੁਝ ਕਰਨਗੇ ਇਹ ਆਮ ਪਬਲਿਕ ਵਾਸਤੇ ਬੜਾ ਔਖਾ ਹੋ ਜਾਣਾ ਜ਼ਿਮੀਂਦਾਰਾਂ ਨਾਲ ਕੋਈ। ਜੀ ਵੈਸੇ ਗੱਲ ਬੜੀ ਜਾਨੀ ਸਾਹਿਬ ਹੋਣਾ ਨੂੰ ਵੀ ਸੋਚ ਲੈਣੀ ਚਾਹੀਦੀ ਹੈ ਕਿ ਜਾਨੀ ਸਾਹਿਬ ਇੱਕ ਪਾਸੇ ਕਹਿ ਰਹੇ ਨੇ ਕਿ ਜੀ ਇਹ ਕਾਨੂੰਨ ਵਾਪਸ ਨਹੀਂ ਹੋਣੇ, ਦੂਸਰੇ ਪਾਸੇ ਕੱਲ ਇਹਨਾਂ ਦੇ ਵੱਡੇ ਲੀਡਰਾਂ ਦੇ ਬਿਆਨ ਆਏ ਆ ਕਿ 2022 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ 'ਚ। ਪੰਜਾਬ 'ਚ ਬੀਜੇਪੀ ਸਰਕਾਰ ਉਹਨਾਂ ਚਿਰ ਨਹੀਂ ਬਣਾ ਸਕਦੀ ਜਿੰਨਾ ਚਿਰ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਅੱਜ ਖੇਤੀ ਕਾਨੂੰਨ ਰੱਦ ਹੋ ਜਾਣ, ਲੋਕੀ ਇਸ ਬਾਰੇ ਸੋਚ ਸਕਦੇ ਆ, ਇਹ ਨਹੀਂ ਕਿ ਪੱਕਾ ਹੋ ਜਾਏਗਾ, ਕਿਉਂਕਿ ਬਹੁਤ ਸਾਰੇ ਹੋਰ ਵੀ ਕਾਨੂੰਨ ਇਸ ਤਰ੍ਹਾਂ ਦੇ ਬਣ ਗਏ ਹੋਏ ਆ ਔਰ ਭਵਿੱਖ ਵਿੱਚ ਕੀ ਹੋ ਸਕਦਾ ਇਸ ਬਾਰੇ ਵੀ ਨਹੀਂ ਸੋਚਿਆ ਜਾ ਸਕਦਾ। ਸੋ ਜਾਨੀ ਸਾਹਿਬ ਨੂੰ ਮੈਂ ਇਹ ਸਵਾਲ ਕਰਦਾ, ਇਸੇ ਤਰ੍ਹਾਂ ਹਰਜੀਤ ਗਰੇਵਾਲ ਹੋਣਾ ਨੂੰ ਵੀ ਸਾਡੇ ਲੋਕਾਂ ਦੇ ਸਵਾਲ ਹੋਣਗੇ ਕਿ ਅੱਜ ਇਹ ਲੋਕ ਬਹੁਤ ਅੜੇ ਹੋਏ ਆ ਕਿ ਇਹ ਕਹਿੰਦੇ ਜੀ ਇੱਕ ਬਿੱਲ ਕਾਨੂੰਨ ਵਾਪਸ ਹੋਣੇ ਹੀ ਨਹੀਂ, ਇਹ ਹੋ ਹੀ ਨਹੀਂ ਸਕਦੇ, ਥਾਂ ਤੇ ਕਹਿੰਦੇ ਨੇ ਕੱਲ ਨੂੰ, ਕਿਉਂਕਿ ਇੱਕ ਜੁਮਲਾ ਇੱਕ ਹੋਰ ਵੀ ਹੈ, ਉਹ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਅਗਰ ਮੋਦੀ ਜੀ ਨੇ ਕੱਲ ਇੱਕ 3 ਖੇਤੀ ਕਾਨੂੰਨ ਰੱਦ ਕਰ ਦਿੱਤੇ, ਫਿਰ ਜਾਨੀ ਸਾਹਿਬ ਤੇ ਹਰਜੀਤ ਗਰੇਵਾਲ ਤੇ ਬਾਕੀ ਲੀਡਰ ਕਿੱਥੇ ਜਾਣਗੇ? ਸਾਡੇ ਨਾਲ ਦਰਸ਼ਕ ਨੇ ਜੀ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਹਾਂਜੀ, ਕੌਣ ਸਾਹਿਬ ਜੀ? ਸਤਿ ਸ਼੍ਰੀ ਅਕਾਲ ਜੀ, ਬੋਰਡ ਸਿੰਘ ਬੋਲ ਰਿਹਾ ਜੀ, ਮਿਸ਼ੀਗਨ ਤੋਂ। ਜੀ ਬੋਰਡ ਸਿੰਘ ਜੀ ਆਇਆਂ ਨੂੰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ
ਹਾਂਜੀ ਧੰਨਵਾਦ ਕਾਲ ਲੈਣ ਲਈ। ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਕਿ ਹੁਣ ਇੱਕ ਇਹ ਬਿੱਲ ਮੀਡੀਆ ਬਾਰੇ ਵੀ ਲਿਆ ਰਹੇ ਆ, ਜਿਹੜਾ ਕਿ ਸੋਸ਼ਲ ਮੀਡੀਆ ਤੇ ਰਿਸਟ੍ਰਿਕਸ਼ਨ ਹੋਣਗੀਆਂ ਜੀ ਤੇ ਕਿਉਂਕਿ ਮੈਂ ਕਿਸਾਨ ਲੀਡਰ ਮਿਸਟਰ ਰਕੇਸ਼ ਟਕੈਤ ਨੂੰ ਸੁਣਦਾ ਜੀ, ਤੇ ਇੱਕ ਤਾਂ ਕਰਨੀ ਸੀ ਵੀ ਉਹ ਬਿੱਲ ਵੀ ਇਹ ਲੈ, ਮਤਲਬ ਕਿ ਇਹ ਥੋੜੇ ਜਿਹੇ ਮੈਨੂੰ ਲੱਗਦਾ ਜਿਹੜੇ ਲੋਕ ਤਾਕਤ ਚ ਆਏ ਆ ਨਾ, ਇਹਨਾਂ ਨੂੰ ਕੋਈ ਬਿਊਰੋਕ੍ਰੇਸੀ ਨਹੀਂ ਆ ਰਹੀ ਜੀ, ਇਹ ਬਿਊਰੋਕ੍ਰੇਸੀ ਜਾਣਦੇ ਨਹੀਂ। ਇਹ ਮੈਨੂੰ ਲੱਗਦਾ ਬਿਲਕੁਲ ਤਜਰਬੇ ਵਾਲੇ, ਨਾ ਤਜਰਬੇ ਵਾਲੇ RSS ਦੇ ਬੰਦੇ ਤਾਕਤ ਵਿੱਚ ਆ ਚੁੱਕੇ ਆ, ਇਸ ਕਰਕੇ ਇਹ ਪੁੱਠੇ ਕੰਮੇ ਕਰੀ ਜਾਂਦੇ ਆ ਜੀ। ਮੀਡੀਆ ਵਾਲਾ ਬਿੱਲ ਵੀ ਛੇਤੀ ਲਿਆਉਣਗੇ ਐ ਲੱਗੀ ਜਾਂਦਾ। ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਔਨ ਦਾ ਟੌਪ ਜੋ ਹੈ ਨਾ ਚੱਲਦੇ, ਤੁਹਾਡੇ PC ਦੇ ਉੱਤੇ ਚੱਲਦੇ ਆ ਜਾਂ ਤੁਹਾਡੇ ਮੋਬਾਈਲ ਦੇ ਵਿੱਚ ਜੋ ਸੌਫਟਵੇਅਰ ਚੱਲਦੇ ਆ, ਉਹਨਾਂ ਦੇ ਲਈ ਬਹੁਤ ਸਾਰਾ ਕਾਨੂੰਨ ਬਣ ਰਹੇ ਨੇ ਤਾਂ ਕਿ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਮਿਸਯੂਜ਼ ਨਾ ਹੋਵੇ, ਪਰ ਸਰਕਾਰ ਇਸ ਗੱਲੋਂ ਵੀ ਡਰੀ ਹੋਈ ਹੈ ਕਿ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਨੁਕਸਾਨ ਸਰਕਾਰ ਦੀ ਸ਼ਾਖ ਨੂੰ ਪਹੁੰਚਾਇਆ। ਲੋਕਾਂ ਸਾਹਮਣੇ ਸੱਚ ਬਹੁਤ ਆ ਚੁੱਕਿਆ ਹੈ ਤਾਂ ਉਹ ਤੋਂ ਵੀ ਡਰਦੇ ਆ ਕਿ ਉੱਤੇ ਵੀ ਕੰਟਰੋਲ ਕੀਤਾ ਜਾ ਸਕੇ। ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸਾਨ ਸੰਘਰਸ਼ ਦੀ, ਤੁਸੀਂ ਵੇਖ ਰਹੇ ਹੋ ਵਿਜ਼ੂਅਲਸ ਜੋ ਹੈ ਨਾ, ਇਹ ਪਟਿਆਲੇ ਦੇ ਨੇ। ਆਹ ਜਿਹੜੀ ਤੁਸੀਂ ਹੁਣੇ ਇੱਕ ਫਿਗਰ ਵੇਖੀ ਹੈ, ਇਹ ਉਹ ਸੜਕ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ, ਹਰਿਆਣੇ ਦੇ ਕਿਸਾਨਾਂ ਦੇ ਦਿਲਾਂ ਨੂੰ ਚੀਰ ਕੇ ਲੰਘਣੀ ਹੈ ਔਰ ਇੱਕ ਵੱਡਾ ਸੰਕਟ ਹੋਰ ਆਉਣਾ। ਇਹੋ ਜਿਹਾ ਸੰਘਰਸ਼ ਹੋਰ ਵੀ ਖੜਾ ਹੋ ਸਕਦਾ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਹੋਈਆਂ। ਉਧਰ ਦੂਸਰੇ ਪਾਸੇ ਕਿਉਂਕਿ ਦੀਪ ਸਿੱਧੂ ਤੇ ਗ੍ਰਿਫਤਾਰ ਹੋ ਚੁੱਕੇ ਹੋਏ ਆ, ਨੌਜਵਾਨਾਂ ਨਾਲ ਉਹਨਾਂ ਦੀ ਇੱਕ ਖਾਸ ਕਿਸਮ ਦੀ ਪਹਿਚਾਣ ਬਣੀ ਹੋਈ ਸੀ ਕਿ ਇਸ ਸੰਘਰਸ਼ ਨੂੰ ਨੌਜਵਾਨਾਂ ਨੇ ਬਹੁਤ ਸਪੋਰਟ ਕੀਤੀ ਹੈ। ਲੱਖਾ ਸਿਧਾਣਾ ਜੋ ਕਿ ਪਹਿਲਾਂ ਗੈਂਗਸਟਰ ਸੀ, ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬਦਲ ਕੇ ਇੱਕ ਸੋਸ਼ਲ ਐਕਟਿਵਿਸਟ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜਾਬੀ ਲਈ ਉਹਨਾਂ ਨੇ ਬੜਾ ਕੰਮ ਸ਼ੁਰੂ ਕੀਤਾ। ਉਹਨਾਂ ਦਾ ਇਮੇਜ ਵੀ ਇਸ ਸੰਘਰਸ਼ ਦੇ ਦੌਰਾਨ ਖਰਾਬ ਹੋਇਆ, ਲੇਕਿਨ ਕਿਸਾਨ ਜਥੇਬੰਦੀਆਂ ਨੇ ਉਹਨਾਂ ਬਾਰੇ ਫੈਸਲਾ ਲੈ ਲਿਆ ਕਿ ਉਹ ਹੁਣ ਅਗਲੇ ਦਿਨਾਂ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਬੋਲਣਗੇ, ਆ ਕੇ ਕਿਸਾਨਾਂ ਨੂੰ ਜੋ ਨੌਜਵਾਨ ਹੈ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਇਹਦੇ ਵਿੱਚ ਆਉਣਗੇ। ਤੇ ਉਹਨਾਂ ਨੇ ਚੈਲੰਜ ਕੀਤਾ ਕਿ ਦਿੱਲੀ ਪੁਲਿਸ ਉਹਨਾਂ ਨੂੰ ਫੜ ਕੇ ਵਿਖਾਵੇ। ਮੈਂ ਸਮਝਦਾ ਕਿ ਇਸ ਢੰਗ ਨਾਲ, ਹਾਂ ਜ਼ਰੂਰ, ਕਿਉਂਕਿ ਗੁੱਸਾ ਹੈ, ਗੁੱਸੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਿਕਲ ਜਾਂਦੀਆਂ ਨੇ, ਪਰ ਇਸ ਅੰਦੋਲਨ ਦੀ ਜੋ ਪ੍ਰਾਪਤੀ ਹੈ ਉਹ ਹੈ ਸ਼ਾਂਤੀ, ਅਹਿੰਸਾ। ਉਸ ਦਾ ਵੀ ਧਿਆਨ ਰੱਖਣ ਦੀ ਲੋੜ ਹੈਗੀ ਹੈ, ਕਿਉਂਕਿ ਜੇਕਰ ਉੱਥੇ ਅਸੀਂ ਮਾਰ ਖਾ ਗਏ ਤਾਂ ਸਰਕਾਰ ਨੂੰ ਮੌਕਾ ਮਿਲ ਜਾਣਾ ਹੈ ਇਸ ਸੰਘਰਸ਼ ਦੇ ਉੱਤੇ ਜ਼ਬਰਦਸਤੀ ਕਰਨ ਦਾ, ਇਹਨੂੰ ਬਦਨਾਮ ਕਰਨ ਦਾ। ਪਹਿਲਾਂ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਚੁੱਕੀਆਂ ਨੇ। ਇੱਕ ਦਰਸ਼ਕ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਮ ਸਰੂਪ ਜੀ। ਰਾਮ ਸ਼ਰਮਾ ਜੀ। ਹਾਂਜੀ ਰਾਮ ਸ਼ਰਮਾ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਦੇਖੋ ਜੀ, ਇਹ ਜਿਹੜੀ ਸਰਕਾਰ ਹੈ ਨਾ, ਇਹਨੇ ਇੱਕ ਤਾਂ ਭਗਵਾਨ ਕਰਨਾ ਮੁਲਕ ਦਾ, ਔਰ ਦੂਸਰਾ ਕਿਸੇ ਤਰੀਕੇ ਨਾਲ ਵੀ ਹੋ ਸਕੇ ਇਹਨੇ ਮੁਲਕ ਨੂੰ ਤਬਾਹ ਕਰਨਾ। ਔਰ ਇਹਦਾ ਜਿਹੜਾ ਸਮਾਂ ਇਹ ਇੱਕ ਔਰੰਗਜ਼ੇਬ ਦੇ ਸਮੇਂ ਵਾਂਗੂ ਯਾਦ ਕੀਤਾ ਜਾਊਗਾ। ਔਰ ਦੂਸਰੀ ਗੱਲ, ਜੋ ਕਿਸੇ ਕਾਲਰ ਨੇ ਇਹ ਆਈਡੀਆ ਲਾਇਆ ਨਾ, ਜਾਂ ਕਿਹਦਾ ਆਈਡੀਆ ਮੈਨੂੰ ਇਹ ਨਹੀਂ ਪਤਾ, ਬਈ 2022 ਦੇ ਵਿੱਚ ਜਿਹੜੀ ਹੈਗੀ ਆ BJP ਪੰਜਾਬ ਦੇ ਵਿੱਚ ਸਰਕਾਰ ਬਣਾਊਗੀ। ਤੁਸੀਂ ਇਹ ਗੱਲਾਂ ਭੁੱਲ ਜਾਓ ਕਿ BJP ਦੇ ਬੈਨਰ ਦੇ ਥੱਲੇ ਲੋਕੀ ਟਿਕਟਾਂ ਲੈਣ ਤੋਂ ਕੰਬਣਗੇ, ਕਿਉਂਕਿ ਇੱਕ ਨਹੀਂ ਦਾ ਹੈਗਾ। ਹੁਣ ਜਿਹੜਾ ਪੰਜਾਬ ਦਾ ਜਿਹੜਾ ਬੱਚਾ ਜਿਹੜਾ ਹੈਗਾ ਉਹ ਇਹਨਾਂ ਦੇ ਤੋਂ ਅਪਸੈਟ ਹੈ ਤੇ ਉਹ ਕੋਈ ਇਹਦੀ ਹਿੰਮਤ ਨਹੀਂ ਕਰੂਗਾ। ਔਰ ਮੇਰਾ ਨਹੀਂ ਖਿਆਲ ਕਿ ਜਿਹੜੇ ਬੰਦੇ ਨੂੰ ਆਪਦੀ ਇੱਜ਼ਤ ਦੀ ਜ਼ਰੂਰਤ ਹੋਈ ਤੇ ਉਹ ਜਿਹੜੀ BJP ਦੀ ਟਿਕਟ ਦੀ ਡਿਮਾਂਡ ਕਰੂਗਾ, ਇਹ ਹੋ ਸਕਦਾ ਕਿ ਆਰਮੀ ਫੋਰਸ ਲਾ ਕੇ ਇਹ ਉਹਨਾਂ ਨੂੰ ਪਿੰਡਾਂ 'ਚ ਘਰ ਦਿਆ ਕਰਨ ਤੇ ਇਹ ਕਰ ਦੇਣ ਜਾਂ ਉਹ ਕਰ ਦੇਣ। ਨਹੀਂ ਤਾਂ ਜਿਹੜੀ BJP ਹੈ ਪੰਜਾਬ ਤੋਂ ਤਾਂ ਐਤਕੀ ਗਈ, ਨਾਲ ਦੀ ਨਾਲ ਕੁਛ ਹੋਣ ਵਾਲੇ ਸੂਬਿਆਂ ਦੇ ਵਿੱਚ ਪਤਾ ਲੱਗ ਜੂਗਾ। ਔਰ ਬਾਕੀ ਆਉਣ ਵਾਲੀ ਗੱਲਾਂ ਨੇ, ਜਿਹੜੀ ਆਉਣ ਵਾਲੀ ਗੱਲ ਦੇ ਵਿੱਚ ਮੋਦੀ ਨੇ ਨਹੀਂ ਆਉਣਾ। ਜੇ ਕਿਤੇ ਮੁਗਲ ਰਾਜ ਵਰਗਾ ਰਾਜ ਹੋਵੇ ਨਾ, ਜਿਵੇਂ ਮੁਗਲਾਂ ਨੇ ਆਪਦੇ ਭਾਵੇਂ ਸਕਿਆਂ ਨੂੰ ਵੱਢ ਕੱਟ ਕੇ ਮੁੜ ਕੇ ਰਾਜ ਤੇ ਕਬਜ਼ਾ ਕੀਤਾ, ਇਹ ਮੋਦੀ ਦਾ ਇਹ ਹਾਲ ਹੋਣਾ। ਮੋਦੀ ਦਾ ਜਿਹੜਾ ਸਮਾਂ ਨਾ, ਇਹ ਇਤਿਹਾਸ ਦੇ ਵਿੱਚੋਂ ਉੱਡ ਜਾਣਾ ਵੀ ਕੋਈ ਮੋਦੀ ਨਾ ਸੀ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਰਾਮ ਸਰੂਪ ਜੀ। ਰਾਮ ਸ਼ਰਮਾ ਜੀ, ਭਾਵੇਂ ਆਪਾਂ ਬੜੇ ਖੁਸ਼ ਹੋ ਰਹੇ ਹਾਂ, ਸਾਡੇ ਦਰਸ਼ਕ ਗੱਲ ਕਰਕੇ, ਸੁਣਨ ਵਾਲੇ, ਵੇਖਣ ਵਾਲੇ, ਗੱਲਾਂ ਕਰਨ ਵਾਲੇ, ਕਿ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਦਾ ਖਾਤਮਾ ਹੋ ਜਾਏਗਾ, ਪਰ ਹਾਲੇ ਉਹਨਾਂ ਕੋਲੇ 3 ਸਾਲ ਪਏ ਹੋਏ ਆ। ਸੋ ਬੜੀ ਸਥਿਤੀ ਅਜੀਬ ਹੈ ਕਿ ਇਸ ਸਮੇਂ ਦੌਰਾਨ ਲੋਕਾਂ ਦਾ ਵਿਸ਼ਵਾਸ ਕਿਵੇਂ ਟੁੱਟ ਰਿਹਾ, ਲੋਕਾਂ ਦੇ ਸੁਪਨੇ ਕਿਵੇਂ ਟੁੱਟ ਰਹੇ ਨੇ, ਲੋਕ ਕਿਵੇਂ ਹਤਾਸ਼ ਹੋ ਰਹੇ ਨੇ, ਕਿਵੇਂ ਦੁਖੀ ਹੋ ਰਹੇ ਨੇ। 2014 ਤੋਂ ਲੈ ਕੇ ਹੁਣ ਤੱਕ ਦਾ ਜੇਕਰ ਇਤਿਹਾਸ ਵੇਖਿਆ ਜਾਵੇ ਤਾਂ ਕੋਈ ਇੱਕ ਮੂਵਮੈਂਟ ਇਹੋ ਜਿਹੀ ਕੇਂਦਰ ਸਰਕਾਰ ਦੇ ਫੈਸਲੇ 'ਚ ਨਹੀਂ ਆਉਂਦੀ ਜਿੱਥੇ ਲੋਕਾਂ ਨੇ ਸੜਕਾਂ 'ਤੇ ਨਿਕਲ ਕੇ ਉਹਨਾਂ ਦੇ ਹੱਕ ਵਿੱਚ ਨਾਅਰੇ ਲਾਏ ਹੋਣ।
ਜੇਕਰ ਸਰਕਾਰ ਦੀ ਇਹ ਰਿਪੋਰਟ ਕਾਰਡ ਬਣਾਇਆ ਜਾਵੇ, ਜਦੋਂ ਅਸੀਂ ਬੱਚਿਆਂ ਦੇ ਰਿਪੋਰਟ ਕਾਰਡ ਬਣਾਉਂਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਕਿਹੜੇ ਨੰਬਰ ਵਧੇ ਆ ਉਹਦੇ ਪਿਛਲੇ ਸਾਲ ਨਾਲੋਂ। ਸੋ ਇਸ ਵਾਰ ਨੰਬਰ ਹੋਰ ਘਟੇ ਆ। ਫਿਰਕੂ ਪੁਣੇ ਦਾ ਦੋਸ਼ ਲੱਗ ਰਿਹਾ ਕੇਂਦਰ ਸਰਕਾਰ ਦੇ ਉੱਤੇ, ਭਾਜਪਾ ਦੇ ਉੱਤੇ, ਕਿ ਵੰਡ ਰਹੀ ਹੈ। ਇਹ ਪਹਿਲਾ ਦੋਸ਼ ਇਹ ਲੱਗ ਰਿਹਾ ਕਿ ਭਗਵਾਂਕਰਨ ਕੀਤਾ ਜਾ ਰਿਹਾ। ਦੂਜਾ ਦੋਸ਼ ਇਹ ਲੱਗ ਰਿਹਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ। ਤੀਜਾ ਦੋਸ਼ ਇਹ ਲੱਗ ਰਿਹਾ, ਦੋਸ਼ ਨਹੀਂ ਹੈ ਤੇ ਸੱਚਾਈਆਂ ਹੀ ਨੇ, ਕਿ ਸਿਰਫ ਪ੍ਰਾਈਵੇਟ ਕਾਰਪੋਰੇਟ ਜੋ ਅਦਾਰੇ ਨੇ ਉਹਨਾਂ ਵੱਲ ਦੇਸ਼ ਵੇਚਿਆ ਜਾ ਰਿਹਾ ਹੈ। ਔਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਜੋ ਇਹ ਕਾਰਪੋਰੇਟ ਅਦਾਰੇ ਹੈ, ਜਦੋਂ ਇਹਨਾਂ ਦਾ ਪੂਰਾ ਰਾਜ ਹੋ ਗਿਆ ਤਾਂ ਇਹ ਫਿਰ ਇਸ਼ਤਿਹਾਰ ਦਿਆ ਕਰਨਗੇ ਕਿ ਸਾਨੂੰ ਪ੍ਰਧਾਨ ਮੰਤਰੀ ਦੀ ਲੋੜ ਹੈ, ਸਾਨੂੰ ਮੰਤਰੀ ਦੀ ਲੋੜ ਹੈ। ਸੋ ਇਹ ਆਪਣੇ ਠੇਕੇ ਤੇ ਪ੍ਰਧਾਨ ਮੰਤਰੀ ਵੀ ਰੱਖਿਆ ਕਰਨਗੇ, ਮੁੱਖ ਮੰਤਰੀ ਵੀ ਰੱਖਿਆ ਕਰਨਗੇ। ਕਾਲਰ ਨੇ ਸਾਡੇ ਨਾਲ, ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬਲੈਨ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ? ਮੈਂ ਕਰਨੈਲ ਸਿੰਘ ਬੋਲਦਾ USA ਤੋਂ ਜੀ। ਕਰਨੈਲ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਫੋਨ ਕੀਤਾ ਹੈ। ਹਾਂਜੀ ਹਾਂਜੀ, ਮੇਰਾ ਇੱਕ ਬੇਨਤੀ ਇਹ ਆ ਵੀ ਆਪਣਾ ਜਿਹੜਾ ਇਹ 24 ਇਲੈਕਸ਼ਨ ਹੋਣੀ ਹੈ ਇਹ ਜੀ, ਫਿਰ ਇਹ EVM ਨਾਲ ਨਹੀਂ ਨਾਲ ਅੱਗੇ ਵੀ EVM ਨਾਲ ਹੁਣ ਵੀ ਅੱਗੇ ਆ ਜਾਣਗੇ EVM ਨਾਲ ਨਹੀਂ? ਜੀ ਜੀ ਜੀ, ਤੁਹਾਡੀ EVM ਬਾਰੇ ਤੁਹਾਡੀ ਕੀ ਰਾਏ ਆ, ਕੀ ਕਰਨਗੇ ਫਿਰ EVM ਬਾਰੇ? ਦੇਖੋ, ਜਿਸ ਹਿਸਾਬ ਨਾਲ ਸ਼ੱਕ ਪ੍ਰਗਟ ਕੀਤੇ ਜਾ ਰਹੇ ਆ ਉਹ ਤੇ ਬਿਲਕੁਲ ਸਹੀ ਹੈ ਕਿ EVMs ਹੈਕ ਹੋ ਰਹੀਆਂ ਨੇ। ਔਰ ਇੱਕ ਸਾਊਥ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਰਿਜ਼ਾਈਨ ਕਰ ਦਿੱਤਾ ਔਰ ਉਹਨੇ ਬਹੁਤ ਵੱਡੀ ਡੈਮੋਨਸਟ੍ਰੇਸ਼ਨ ਦਿੱਤੀ ਹੈ ਕਿ EVM ਕਿਵੇਂ ਹੈਕ ਹੋ ਸਕਦੀਆਂ ਨੇ। ਲੌਜੀਕਲੀ ਬੜੀ ਦਲੀਲ ਦੇ ਨਾਲ ਦਿੱਤੀ ਹੈ ਗੱਲ ਇਹ। ਸਰਕਾਰ ਕਿਉਂਕਿ ਬਹੁਮਤ ਵਿੱਚ ਹੈ, ਮੰਨਣ ਨੂੰ ਤਿਆਰ ਨਹੀਂ। ਦੁਨੀਆ ਦੀਆਂ ਵੱਡੀਆਂ ਜੋ ਸਰਕਾਰਾਂ ਨੇ ਉਹ ਬੈਲਟ ਬਾਕਸ ਨਾਲ ਕਰਾਉਣੀਆਂ ਨੇ। ਅਮਰੀਕਾ ਦੇ ਵਿੱਚ ਬੈਲਟ ਬਾਕਸ ਨਾਲ ਹੁਣੇ ਰਾਸ਼ਟਰਪਤੀ ਦੇ ਚੋਣਾਂ ਹੋ ਗਿਆ। ਕਿ ਉਹ ਸਾਡੇ ਤੋਂ ਟੈਕਨੋਲੋਜੀ ਵਿੱਚ ਅੱਗੇ ਨਹੀਂ ਹੈਗੇ? ਕਿ ਹਿੰਦੁਸਤਾਨ ਟੈਕਨੋਲੋਜੀ ਵਿੱਚ ਬਹੁਤ ਐਡਵਾਂਸ ਜਾਣਾ ਚਾਹੁੰਦਾ? ਇਹ ਸੱਚਮੁੱਚ ਸ਼ੱਕ ਦੇ ਘੇਰੇ ਵਿੱਚ ਹੈ। ਸ਼ੱਕ ਦੇ ਘੇਰੇ ਨਹੀਂ, ਹੁਣ ਤਾਂ ਲੋਕਾਂ ਨੂੰ ਬਹੁਤ ਵਿਸ਼ਵਾਸ ਹੋਣ ਲੱਗ ਪਿਆ ਕਿ ਹੈਕ ਹੋ ਸਕਦੀਆਂ ਨੇ। ਹੁਣ ਤਾਂ ਸਾਡੇ ਕੈਪਟਨ ਸਾਹਿਬ ਵੀ ਕਹਿਣ ਲੱਗ ਪਏ ਨੇ, ਕਿਉਂਕਿ ਕੈਪਟਨ ਸਾਹਿਬ ਨੂੰ ਵੀ ਲੱਗਦਾ ਕਿਤੇ ਨਾ ਕਿਤੇ ਡਰ ਲੱਗਦਾ ਕਿ ਕਿਤੇ ਸਰਕਾਰ EVMs ਨੂੰ ਹੈਕ ਕਰਾ ਕੇ 2022 ਦੇ ਵਿੱਚ ਪਾਸਾ ਹੀ ਨਾ ਪਲਟ ਦੇਵੇ। ਹਾਲਾਂਕਿ ਕੈਪਟਨ ਸਾਹਿਬ ਦੀ ਆਪਣੀ ਸਰਕਾਰ ਜੋ ਹੈ ਉਹ ਪਿਛਲੀ 2017 ਦੇ ਵਿੱਚ EVM ਨਾਲ ਹੀ ਚੁਣ ਕੇ ਆਈ ਹੋਈ ਹੈ। ਪਰ ਉਸ ਵਕਤ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਸਮੀਕਰਨ ਚੇਂਜ ਹੋਏ ਸੀ, ਕਿਵੇਂ ਪਾਰਟੀਆਂ ਮਿਲੀਆਂ ਸੀ, ਕਿਉਂਕਿ ਉਸ ਵਕਤ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਦਬਦਬਾ ਬਣ ਗਿਆ ਸੀ ਤੇ ਇਹਨਾਂ ਨੂੰ ਡਰ ਸੀ ਕਿ ਉਹ ਪਾਰਟੀ ਜੇ ਆ ਗਈ ਤਾਂ ਕਿਤੇ ਸਥਿਤੀਆਂ ਬਦਲ ਨਾ ਜਾਣ। ਇੱਕ ਹੋਰ ਕਾਲਰ ਨੇ ਜੀ। ਹੈਲੋ ਹੈਲੋ, ਹਾਂਜੀ, ਕੌਣ ਬੋਲਦੇ ਹੋ? ਮੈਂ ਨਿਰਮਲ ਸਿੰਘ ਬੋਲਦਾ ਜੀ। ਨਿਰਮਲ ਸਿੰਘ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਤਾਂ ਡੇਰਾਬੱਸੀ ਤੋਂ ਬੋਲ ਰਿਹਾ ਜੀ, ਆਪਣਾ ਪੰਜਾਬ ਤੋਂ। ਜੀ ਜੀ ਜੀ, ਆਇਆਂ ਨੂੰ ਨਿਰਮਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਤਾਂ ਇੰਨਾ ਕੁ ਕਹਿਣਾ ਚਾਹੁੰਦਾ ਜੀ, ਤੁਹਾਡੇ ਪ੍ਰੋਗਰਾਮ ਬੜੇ ਸੁਣਦਾ ਜੀ ਮੈਂ, ਜੀ। ਪਰ ਇੰਡੀਆ 'ਚ ਸੁਧਾਰ ਹੋਣਾ ਮੁਸ਼ਕਲ ਹੈ ਜੀ। ਕਿਉਂ? ਉਹ ਕਿਉਂ ਜੀ? ਇਹਨਾਂ ਦੇ ਖੂਨ 'ਚ ਰਚ ਗਿਆ ਜੀ। ਜਿਹੜੇ ਪੋਲੀਟੀਕਲ ਬੰਦੇ ਆ, ਇਹਨਾਂ ਦੇ ਖੂਨ 'ਚ ਰਚਿਆ ਹੋਇਆ ਜੀ ਹੇਰਾ ਫੇਰੀ ਸਾਰੇ ਕੰਮ ਕਰਨੇ। ਪਰ ਨਿਰਮਲ ਸਿੰਘ ਜੀ, ਇਹਨਾਂ ਨੂੰ ਚੁਣਦਾ ਕੌਣ ਹੈ? ਚੁਣਦੇ ਤਾਂ ਅਸੀਂ ਹੈ ਜੀ। ਅਸੀਂ ਕਿਹਨੂੰ ਸਮਝਾਵਾਂਗੇ? ਨਹੀਂ, ਸਮਝਾਉਣਾ ਨਹੀਂ ਹੈਗਾ। ਦੇਖੋ, ਇੱਕ ਥਾਂ ਤੇ ਜੋਤ ਜਗੇਗੀ, ਉਹ ਰੌਸ਼ਨੀ ਕਰੇਗੀ, ਉਸ ਤੋਂ ਦੂਸਰੀ ਜੋਤ ਜਗੇਗੀ। ਤੁਸੀਂ ਲੋਕ ਬਹੁਤ ਵੱਡੀ ਤਾਕਤ ਹੈ। ਤੁਸੀਂ ਆਪਣੇ ਪਰਿਵਾਰ 'ਚ ਗੱਲ ਕਰੋ, ਸਾਰਾ ਕੁਝ ਮੰਨਦਾ, ਆਪਣੇ ਦੋਸਤਾਂ 'ਚ ਗੱਲ ਕਰੋ, ਗੁਆਂਢ 'ਚ ਗੱਲ ਕਰੋ, ਤਾਂ ਗੱਲ ਤੋਰੋ ਜੀ। ਮੈਨੂੰ ਜੀ। ਹੈਲੋ, ਹਾਂਜੀ। ਸਾਡੇ ਨੇੜੇ ਘੱਗਰ ਹੈ ਜੀ ਇੱਥੇ ਜੀ। ਘੱਗਰ ਦੇ ਵਿੱਚ 50 ਫੁੱਟ ਰੇਤਾ ਚੱਕੀ ਜਾ ਰਹੇ। ਇੱਥੇ ਕੋਈ ਸੁਣਦੀ ਨਹੀਂ ਜੀ। ਇੱਥੇ ਸਾਰੀ ਕਾਨੂੰਨ ਨਾਂ ਦੀ ਚੀਜ਼ ਨਹੀਂ ਰਹੀ ਜੀ। ਇੱਕ ਬੇਟਾ ਜੀ ਸਾਡਾ ਜੀ, ਉਹਦੇ ਗੁਰਦੁਆਰੇ 'ਚ ਸੇਵਾ ਕਰ ਰਿਹਾ ਸੀ, ਉਹਦੇ ਹੱਥ ਪੈਰ ਕੱਟੇ ਗਏ ਜੀ। ਉਹ ਬਹੁਤ ਅਫਸੋਸ ਦੀ ਗੱਲ ਹੈ ਜੀ। ਹਾਂ ਜੀ, ਉਲਟਾ ਉਹਨਾਂ ਨੇ ਗੁਰਦੁਆਰੇ ਵਾਲੇ ਨੇ ਸਾਡੀ ਜ਼ਮੀਨ ਵੀ ਦੱਬੀ ਹੋਈ ਆ ਜੀ। ਉਸ ਬੱਚੇ ਦੀ 14 ਸਾਲ ਦੀ ਉਮਰ ਹੈ ਜੀ। ਇੱਥੇ ਤਾਂ ਇਹ ਹਾਲ ਹੋ ਰਿਹਾ ਜੀ, ਉੱਥੇ ਤਾਂ ਖਾਣ ਤੇ ਲੱਗੇ ਹੋਏ। ਉਹ ਬਹੁਤ ਅਫਸੋਸ ਦੀ ਗੱਲ ਹੈ ਕਿ ਅਗਰ ਕਿਸੇ ਧਾਰਮਿਕ ਸਥਾਨ ਵੱਲੋਂ ਇਸ ਤਰ੍ਹਾਂ ਜ਼ਿਆਦਤੀ ਕੀਤੀ ਜਾ ਰਹੀ ਹੈ, ਅਸੀਂ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਕਿਸ ਤਰ੍ਹਾਂ ਸਥਿਤੀ ਕੀ ਹੈ। ਪਰ ਗੁਰਦੁਆਰੇ ਵਾਲੇ ਪਤਾ ਕੀ ਕਹਿੰਦੇ ਜੀ? ਕਹਿੰਦੇ ਬੀਬੀਆਂ ਦੀ ਤੇ ਬੱਚਿਆਂ ਦੀ ਜ਼ਿਆਦਾ ਲੋੜ ਆ, ਕਹਿੰਦੇ ਗੁਰਦੁਆਰੇ 'ਚ। ਜੀ ਜੀ, ਇੱਦਾਂ ਦੀ ਲੌਸਮੈਂਟਾਂ ਕਰਦੇ ਆ ਜੀ। ਦੇਖੋ, ਇਸ ਵਕਤ ਸਰਕਾਰ ਦਾ ਵੀ ਕੋਈ ਨਾ ਕੋਈ ਵਿਅਕਤੀ ਸੁਣ ਰਿਹਾ ਹੋਣਾ ਹੈ, ਉਹਨਾਂ ਨੂੰ ਸਰਕਾਰੀ ਪੱਖ ਵਾਲਾ ਕੋਈ ਨਾ ਕੋਈ ਸੁਣ ਰਿਹਾ ਹੋਣਾ ਹੈ। ਨਿਰਮਲ ਸਿੰਘ ਹੋਣਾ ਸਿਸਟਮ ਇਸ ਤਰ੍ਹਾਂ ਦਾ ਹੋਗਾ ਜੀ। ਤਾਂ ਸਰ ਨਿਰਮਲ ਸਿੰਘ ਹੋਣਾ ਦੀ ਗੱਲ ਵੱਲ ਧਿਆਨ ਦਿੱਤਾ ਜਾਵੇ। ਸਿਸਟਮ ਹੋ ਗਿਆ ਜੀ। ਔਰ ਇਹ ਮਾਈਨਿੰਗ ਦਾ ਜੋ ਘੱਗਰ ਦੇ ਵਿੱਚ ਮਾਈਨਿੰਗ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਸਕੈਂਡਲ ਚੱਲ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਇਸ ਏਰੀਏ ਦੇ MLAs ਦੇ ਨਾਂ ਵੀ ਉਹਦੇ ਵਿੱਚ ਆਏ ਨੇ। ਨਹੀਂ, ਉਹੀ ਚਲਾ ਰਹੇ ਆ ਜੀ। ਕੁਝ ਦੂਸਰੇ ਲੀਡਰਾਂ ਦੇ ਨਾਂ ਵੀ ਆਏ ਆ।
ਔਰ ਘੱਗਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮੁਸੀਬਤ ਵੀ ਹੈ ਇਹਨਾਂ ਲੋਕਾਂ ਦੇ ਲਈ। ਇੱਥੋਂ ਨਿਕਲਦਾ ਹੈਗਾ ਇਹ ਪੰਚਕੂਲੇ ਦੇ ਕੋਲੋਂ ਔਰ ਪਟਿਆਲੇ ਚੋਂ ਨਿਕਲ ਕੇ ਡੇਰਾ ਬਸੀ ਤੋਂ ਹੁੰਦਾ ਹੋਇਆ ਪਟਿਆਲਾ ਚੋਂ ਲੰਘ ਕੇ ਫਿਰ ਇਹ ਸੰਗਰੂਰ, ਪਾਤੜਾਂ, ਖਨੌਰੀ ਅੱਗੇ ਲੰਘ ਜਾਂਦਾ, ਸਰਦੂਲਗੜ੍ਹ ਪਹੁੰਚਦਾ ਔਰ ਫਿਰ ਹਰਿਆਣੇ 'ਚ ਵੜ ਕੇ ਰਾਜਸਥਾਨ ਵੜਦਾ। ਸੋ ਇਹਦੇ ਵਿੱਚੋਂ ਬੜੀ ਵੱਡੀ ਪੱਧਰ 'ਤੇ ਮਾਈਨਿੰਗ ਹੋ ਰਹੀ ਹੈ, ਲੁੱਟ ਹੋ ਰਹੀ ਹੈ। ਸਰਕਾਰ ਚੁੱਪ ਹੈ। ਇਸ ਬਾਰੇ ਬਹੁਤ ਸਾਰੀਆਂ ਪਹਿਲਾਂ ਵੀ ਰਿਪੋਰਟਸ ਆ ਚੁੱਕੀਆਂ ਨੇ, ਪਰ ਸਰਕਾਰ ਚੁੱਪ ਹੈ। ਨਿਰਮਲ ਸਿੰਘ ਹੋਣਾ ਦੀ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਗਵਾਹੀ ਹੈ ਕਿ ਕਿਸ ਢੰਗ ਨਾਲ ਉੱਥੇ ਲੁੱਟ ਹੋ ਰਹੀ ਹੈ। ਸਰਕਾਰਾਂ ਕਦੋਂ ਸੁਧਰਨਗੀਆਂ? ਸਰਕਾਰਾਂ ਨਹੀਂ ਸੁਧਰਨੀਆਂ ਜਿੰਨਾ ਚਿਰ ਲੋਕ ਸੁਚੇਤ ਨਹੀਂ ਹੋਣਗੇ। ਜਿੰਨਾ ਚਿਰ ਅਸੀਂ ਸੁਚੇਤ ਨਹੀਂ ਹੋਵਾਂਗੇ, ਆਪਣੇ ਲੀਡਰ ਚੰਗੇ ਨਹੀਂ ਚੁਣਾਂਗੇ, ਸਿਰਫ ਅਸੀਂ ਫੋਟੋਆਂ ਖਿਚਾ ਕੇ ਆਪਣੇ ਡਰਾਇੰਗ ਰੂਮ ਵਿੱਚ ਲਾਉਣ ਲਈ ਖੁਸ਼ ਹੋ ਜਾਵਾਂਗੇ ਕਿ MLA ਨਾਲ ਲਾਈ ਹੋਈ ਹੈ, ਪ੍ਰਧਾਨ ਮੰਤਰੀ ਨਾਲ, ਮੁੱਖ ਮੰਤਰੀ ਨਾਲ ਲਾਈ ਹੋਈ ਹੈ। ਅਸੀਂ ਆਪ ਜਦੋਂ ਠੀਕ ਹੋਵਾਂਗੇ ਇਹਨਾਂ ਤੋਂ ਅਸੀਂ ਗਲਤ ਕੰਮ ਨਹੀਂ ਕਰਵਾਵਾਂਗੇ, ਕਿਉਂਕਿ ਅਸੀਂ ਇਹਨਾਂ ਤੋਂ ਪਹਿਲਾਂ ਫਾਇਦਾ ਲੈਂਦੇ ਹਾਂ। ਕਿਸੇ ਦਾ ਮੁੰਡਾ ਫਸ ਗਿਆ, ਕਿਸੇ ਦਾ ਮੋਟਰਸਾਈਕਲ ਫਸ ਗਿਆ ਤੇ ਇੰਸਪੈਕਟਰ ਨੂੰ ਫੋਨ ਕਰਾ ਦਈਏ, ਕਿਸੇ ਦੀ ਲੜਾਈ ਹੋ ਗਈ ਉੱਥੇ ਇੰਸਪੈਕਟਰ ਨੂੰ ਘੁਆ ਦਿੱਤਾ, SSP ਨੂੰ ਘੁਆ ਦਿੱਤਾ। ਇਹ ਲੋਕ ਫਿਰ ਤੁਹਾਨੂੰ ਵਰਤਦੇ ਆ। ਜਦੋਂ ਅਸੀਂ ਸਹੀ ਕੰਮ ਆਪ ਕਰਾਂਗੇ ਭ੍ਰਿਸ਼ਟਾਚਾਰ ਖਤਮ ਹੋਏਗਾ। ਇਹ ਲੀਡਰ, ਇਹਨਾਂ 'ਚ ਹਿੰਮਤ ਨਹੀਂ ਰਹਿਣੀ ਕੋਈ ਕਿ ਇਹ ਕਿਸੇ ਨਾਲ ਗਲਤ ਕੰਮ ਕਰ ਸਕਣ। ਇੱਕ ਹੋਰ ਦਰਸ਼ਕ ਨੇ ਜੀ, ਆਓ ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ ਹੈਲੋ, ਹਾਂਜੀ ਕੌਣ ਜੀ? ਹਾਂਜੀ ਵੀਰ ਜੀ, ਜੀਤ ਸਿੰਘ ਬੋਲਦਾ ਜੀ, ਮੈਂ ਦੁਬਾਰਾ ਆਇਆ ਭਾਜੀ। ਜੀ 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 ਸਿੰਘ ਜੀ। ਉਹ ਮੈਂ ਨਿਰਮਲ ਸਿੰਘ ਜੀ ਦੀ ਗੱਲ ਤੇ ਜਵਾਬ ਦੇਣਾ ਸੀਗਾ ਜੀ। ਵੀ ਉਹ ਕਹਿੰਦੇ ਵੀ ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ। ਕਿਸੇ ਨੂੰ ਨਹੀਂ ਸੁਧਾਰਨ ਦੀ ਲੋੜ, ਆਪ ਸੁਧਰਨਾ ਹੈ। ਇਹ ਪਹਿਲ ਆਪ ਤੋਂ ਕਰਨੀ ਪੈਣੀ ਹੈ। ਆਪਣੇ ਆਪ ਨੂੰ ਸੁਧਾਰਨਾ ਪੈਣਾ। ਜੀ ਜੀ। ਆਪਾਂ ਨਹੀਂ NK ਸ਼ਰਮੇ ਕੋਲ ਜਾਣਾ, ਆਪਾਂ ਨਹੀਂ ਕਿਸੇ ਹੋਰ ਕੋਲੇ ਜਾਣਾ, ਆਪਾਂ ਆਪਣੇ ਆਪ ਨੂੰ ਸੁਧਾਰਨਾ। ਆਪਾਂ ਇਹਨਾਂ ਦੀ ਰੀੜ ਦੀ ਹੱਡੀ ਆਪਾਂ ਤੋੜ ਸਕਦੇ ਆ ਜੀ। ਉਹ ਤੁਸੀਂ ਵੀ ਆ ਤੇ ਮੈਂ ਵੀ ਆ। ਬਿਲਕੁਲ ਬਿਲਕੁਲ। ਇਹ ਨਹੀਂ ਹੈਗਾ ਵੀ ਦੂਜੇ ਨੂੰ ਸਮਝਾਉਣ ਚੱਲਾਂਗੇ ਫਿਰ ਅਗਲਾ ਦੂਜਾ ਆਪਾਂ ਨੂੰ ਸਮਝਾਉਣ ਆ ਜਾਊਗਾ। ਜੀ ਜੀ। ਇਹ ਉਸ ਆਪਣੇ ਆਪ ਤੇ ਅਮਲ ਕਰੋ। ਇਹ ਗੱਲ ਜੀਤ ਸਿੰਘ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸੀਂ ਜਿਵੇਂ ਉਹ ਕਹਿ ਦਿੰਦੇ ਨਾ ਕਿ ਅਸੀਂ ਕਹਿੰਦੇ ਕਿ ਭਗਤ ਸਿੰਘ ਤੇ ਹੋਰ ਪੈਦਾ ਹੋਣ, ਪਰ ਸਾਡੇ ਘਰੇ ਨਾ ਪੈਦਾ ਹੋਣ, ਦੂਸਰੇ ਘਰ ਦੇ ਵਿੱਚ ਪੈਦਾ ਹੋਣ ਭਗਤ ਸਿੰਘ। ਸੋ ਸੁਧਰਨਾ ਅਸੀਂ ਆਪਣੇ ਘਰ ਤੋਂ ਆ। ਆਪਣੇ ਘਰ ਤੋਂ ਸ਼ੁਰੂਆਤ ਕਰੋ ਤੇ ਆਪਣੇ ਆਪ ਸਮਾਜ ਸੁਧਰ ਜਾਏਗਾ। ਇਹਨਾਂ ਲੀਡਰਾਂ ਨੂੰ ਤਾਂ ਆਪਣੇ ਆਪ ਫਿਰ ਇਹਨਾਂ ਦੇ ਦੰਦ ਖੱਟੇ ਕਰੋ ਨਾ ਜਦੋਂ ਇਹ ਤੁਹਾਡੇ ਕੋਲੇ ਆਉਂਦੇ ਆ। ਤੁਸੀਂ ਤਾਂ ਇਹਨਾਂ ਦੇ ਗਲਾਂ 'ਚ ਪਰਨੇ ਪਾਉਂਦੇ ਹੋ, ਇਹਨਾਂ ਨੂੰ ਸਰੋਪੇ ਦਿੰਦੇ ਹੋ, ਫਿਰ ਆਪਾਂ ਇਹਨਾਂ ਨੂੰ ਬਿਠਾਉਂਦੇ ਆ, ਸੇਵਾ ਕਰਦੇ ਆ, ਜੀ ਕਰਦੇ ਆ। ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰੋ। ਜਦੋਂ ਸਵਾਲ ਕਰਨੇ ਸ਼ੁਰੂ ਕਰੋਗੇ ਇਹਨਾਂ ਨੇ ਆਪਣੇ ਆਪ ਸਿੱਧੇ ਹੋ ਜਾਣਾ। ਇੱਕ ਹੋਰ ਦਰਸ਼ਕ ਨੇ ਜੀ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਵਾਹਿਗੁਰੂ ਜੀ। ਖਾਲਸਾ ਜੀ। ਸੇਖੋ ਸਾਹਿਬ ਜੀ ਆਇਆਂ ਨੂੰ। ਹਾਂਜੀ ਪ੍ਰੈਸ ਸਾਹਿਬ, ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਜੈ ਜਵਾਨ ਜੈ ਕਿਸਾਨ ਜੀ। ਜੀ ਜੈ ਜਵਾਨ ਜੈ ਕਿਸਾਨ ਜੀ। ਬੇਨਤੀ ਹੈ ਵੀ ਅੱਜ ਗੱਲਾਂ ਬੜੀਆਂ ਤੁਸੀਂ ਰੜਕਦੀਆਂ ਕਰਦੇ ਆ ਜੀ, ਪਰ ਇੱਥੇ ਮਜਬੂਰੀਆਂ ਬਹੁਤ ਵੱਡੀਆਂ ਜੀ। ਡੀਗ੍ਰੇਡ ਹੋਏ ਖੜੇ ਬੰਦੇ, ਜਿਹੜੇ ਬੰਦਿਆਂ ਨੇ ਵਰਕ ਕੀਤਾ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਉਹਨਾਂ ਨੂੰ ਹਰੇਕ ਤਰੀਕੇ ਨਾਲ ਉਹਨੂੰ ਇੱਥੋਂ ਤੱਕ ਵੀ ਉਹਨੇ ਜ਼ਮੀਨ, ਉਹਨਾਂ ਨੂੰ ਮਤਲਬ ਲੜਕੀਆਂ ਦੇ ਕੇਸ ਬਣਾ ਕੇ ਹੋਰ ਕਰਕੇ ਉਹਨਾਂ ਨੂੰ ਜ਼ਮੀਰਾਂ ਉਹਨਾਂ ਦੀਆਂ ਨੂੰ ਢੱਲੇ ਕੀਤਾ ਜੀ। ਤੇ ਬਾਣੀ ਕਹਿੰਦੀ ਅਵਰ ਵਿਦੇਸ਼ਾ ਆਪ ਨਾ ਕਰੇ, ਮਤਲਬ ਲੋਕਾਂ ਨੂੰ ਉਪਦੇਸ਼ ਦਿੰਦੇ ਅਸੀਂ ਜੀ ਜੀ। ਮੈਂ ਜਥੇਬੰਦੀਆਂ ਚ ਰਿਹਾ ਸੀ ਧਾਰਮਿਕ ਚ, ਤੇ ਇਹ ਲੋਕਾਂ ਨੇ ਅਸੀਂ ਝੰਡੇ ਚੱਕ ਕੇ ਕਹਿੰਦੇ ਹੁੰਦੇ ਜਾਨ ਨਹੀਂ ਜਾਣੀ ਚਾਹੀਦੀ ਆ, ਦਾਜ ਨਹੀਂ ਲੈਣਾ, ਫਲਾਨਾ ਨਹੀਂ ਲੈਣਾ ਜੀ। ਤੇ ਉਹ ਸਾਡੇ ਜਥੇਬੰਦੀਆਂ ਝੰਡੇ ਚੱਕਣ ਵਾਲੇ ਦਾਜ ਵੀ ਲੈਂਦੇ ਸੀ, ਮੋਟਰਸਾਈਕਲ ਵੀ, ਕਾਰਾਂ ਵੀ, ਤੇ 200 300 ਬੰਦੇ ਵੀ ਲੈਂਦੇ ਸੀ, ਮੀਟ ਸ਼ਰਾਬਾਂ ਵੀ ਖਾਂਦੇ ਸੀ ਜੀ ਜੀ। ਤੇ ਫਿਰ ਉਹ ਕਹਿੰਦੇ ਸੀ ਜੀ ਸਾਨੂੰ ਲੜਕੀ ਦਾ ਵਿਆਹ ਸੀ ਜੀ, ਹੁਣ ਮਜਬੂਰੀ ਹੈ ਜੀ, ਤੇ ਸਾਨੂੰ ਉਹ ਫਿਰ ਮਜਬੂਰੀਆਂ ਕਹਿਣ ਲੱਗ ਜਾਂਦੇ ਸੀ। ਇਸ ਕਰਕੇ ਮਤਲਬ ਹਰੇਕ ਬੰਦੇ ਨੂੰ ਆਪਦੇ ਘਰੋਂ ਤੁਰਨਾ ਚਾਹੀਦਾ ਵੀ ਮੈਂ ਆਪਦੇ ਲੜਕੇ ਦਾ ਵਿਆਹ ਕਿਸੇ ਤਰੀਕੇ ਕਰਨਾ। ਫਿਰ ਮੈਂ ਸਟੇਜ ਤੇ ਕਹਿ ਸਕਦਾ, ਸਟੇਜ ਤੇ ਫਿਰ ਤੁਸੀਂ ਮੈਨੂੰ ਬੜਾਇਆ ਸਾਹਿਬ ਇਹ ਨਹੀਂ ਕਹਿ ਸਕਦਾ ਵੀ ਸੇਖੋਂ ਕਰਨਾ ਕੀ ਕਰਦਾ, ਆਪ ਤਾਂ ਇਹ ਕੀਤਾ। ਧੰਨਵਾਦ, ਸ਼ੁਕਰੀਆ ਸੇਖੋ ਸਾਹਿਬ, ਬਹੁਤ ਵਧੀਆ ਗੱਲ ਹੈ। ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਇੱਕ ਹੋਰ ਕਾਲਰ ਨੇ ਜੀ, ਉਸ ਤੋਂ ਬਾਅਦ ਅਸੀਂ ਕੁਝ ਰਸੀਦਾਂ ਦੇਵਾਂਗੇ ਫੇਸਬੁੱਕ ਤੇ YouTube ਤੇ। ਹੈਲੋ 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 ਹਾਂਜੀ ਬੋਲੋ ਜੀ, ਕੌਣ ਬੋਲ ਰਹੇ ਹੋ ਤੁਸੀਂ? ਹੈਲੋ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਬੁਲਾਈ ਸਾਹਿਬ। ਮੈਂ ਗੱਲ ਕਰਨਾ ਪਿਆ ਯਾਨੀ ਜਿੰਨੀ ਦੇਰ ਤੱਕ EVM ਮਸ਼ੀਨਾਂ ਦਾ ਕੁਛ ਨਹੀਂ ਬਣਦਾ ਉਨੀ ਦੇਰ ਤੱਕ ਕੁਛ ਨਹੀਂ ਬਣਨਾ ਜੀ। ਇਹ BJP ਨੂੰ ਪੱਕਾ ਪਤਾ ਵੀ ਅਸੀਂ ਜਿੱਤਣਾ। ਹੁਣ ਬੰਗਾਲ ਦੇ ਵਿੱਚ ਕਿਸਾਨ ਵੀਰ ਗਏ ਹੋਏ ਨੇ,
ਇਹ ਉੱਥੇ ਵੀ ਬਹੁਤ ਜ਼ਬਰਦਸਤ ਲਹਿਰ ਚੱਲਦੀ ਹੈ, ਪਰ ਬੀਜੇਪੀ ਨੂੰ ਫਿਰ ਇਹੀ ਲੱਗਣ ਡਿਆ ਵੀ ਜਿਸ ਤਰ੍ਹਾਂ ਦੇ ਅਸੀਂ ਇਹਨੂੰ ਈਐਮ ਦਾ ਜਿੰਨੀ ਦੇਰ ਤੱਕ ਈਵੀਐਮ ਦਾ ਕੁਛ ਨਹੀਂ ਹੱਲ ਹੁੰਦਾ ਉਨੀ ਦੇਰ ਕੁਛ ਨਹੀਂ ਬਣਦਾ ਜੀ। ਸ਼ੁਕਰੀਆ, ਬਹੁਤ ਵਧੀਆ ਗੱਲ। 1 ਨੇਸ਼ਨ 1 ਟੈਕਸ ਤੇ 1 ਇਲੈਕਸ਼ਨ ਬਹੁਤ ਖਤਰਨਾਕ ਹੋਣ ਵਾਲੇ ਪਾਸੇ ਜਾ ਰਿਹਾ। ਜੇਕਰ ਪੂਰੇ ਦੇਸ਼ ਦੇ ਵਿੱਚ ਇੱਕ ਇਲੈਕਸ਼ਨ ਹੋਣ ਲੱਗ ਪਈ ਤਾਂ ਫਿਰ ਈਵੀਐਮਸ ਦੀ ਕਿਸ ਤਰ੍ਹਾਂ ਵਰਤੋਂ ਹੋਏਗੀ, ਭਾਵ ਕਿ ਫਿਰ ਸਾਰੀਆਂ ਥਾਵਾਂ ਤੇ ਇੱਕੋ ਸਿਸਟਮ ਦੇ ਨਾਲ ਹੈਕ ਕਰਕੇ ਈਵੀਐਮਸ ਨੂੰ ਸਾਰਿਆਂ ਥਾਵਾਂ ਤੇ ਆਪਣੀ ਸਰਕਾਰ ਬਣਾਓ, ਲੋਕਾਂ ਨੂੰ ਫਿਰ ਰੱਜ ਕੇ ਲੁੱਟੋ, ਕੁੱਟੋ, ਸੁੱਟੋ, ਵੱਡੋ, ਜਿੱਥੇ ਮਰਜ਼ੀ ਕਰੋ। ਇਹ ਸੱਚਮੁੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਈਵੀਐਮਸ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਾਡੇ ਲਈ ਸਹੂਲਤ ਪੈਦਾ ਕਰਨਗੀਆਂ ਕਿ ਸਾਡੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਕਰਨ ਜਾ ਰਹੀਆਂ ਨੇ। ਇਸ ਬਾਰੇ ਸੋਚਣ ਦੀ ਲੋੜ ਹੈ। ਸਾਡੇ ਨਾਲ ਫੇਸਬੁੱਕ ਦੇ ਉੱਤੇ ਅਮਨਜੀਤ ਕੌਰ ਸ਼ਰਮਾ ਜੁੜੇ ਹੋਏ ਨੇ ਜੀ। ਕਮਲਜੀਤ ਢਿੱਲੋਂ ਕਹਿ ਰਹੇ ਨੇ ਕਿ ਚੈਨਲ ਵਾਲੇ ਵੀਰ ਜੀ ਤੁਸੀਂ ਸਲਾਹ ਦੇ ਦਿਓ ਕਿ ਲੋਕ ਕਿਸ ਨੂੰ ਵੋਟ ਪਾਉਣ। ਅਸੀਂ ਕਹਿ ਰਹੇ ਹਾਂ ਕਿ ਵੋਟ ਉਹਨੂੰ ਪਾਓ ਜੋ ਤੁਹਾਨੂੰ ਚੰਗਾ ਲੱਗੇ, ਜੋ ਤੁਹਾਨੂੰ ਚੰਗਾ ਲੱਗ ਕੇ ਵਿਖਾਵੇ, ਉਹਨੂੰ ਵੋਟ ਪਾਉਣ ਦੀ ਲੋੜ ਨਹੀਂ ਹੈਗੀ। ਚੱਲਦੇ ਚੱਲਦੇ ਅਸੀਂ ਇੱਕ ਹੋਰ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ। ਸੋ ਸਮਾਂ ਸਾਡਾ ਹੋ ਰਿਹਾ। ਸੋ ਸਾਡੇ ਨਾਲ YouTube ਦੇ ਉੱਤੇ ਜਗਦੀਪ ਸਿੰਘ ਨੇ, ਪੰਮਾ ਸਿੰਘ ਨੇ, ਉਹ ਕਹਿ ਰਹੇ ਨੇ ਕਿ ਗਲੋਬਲ ਪੰਜਾਬ TV ਬ੍ਰਿੰਗਸ ਟਰੁਥ ਬਿਫੋਰ ਅਸ। ਗੁਰਮੇਲ ਕੌਰ ਦੇ ਨਾਂ ਦੇ ਉੱਤੇ ਕਿਸੇ ਨੇ ਪੋਸਟ ਪਾਈ ਹੈ, ਪਰ ਉਹਨਾਂ ਨੇ ਭਾਸ਼ਾ ਚੰਗੀ ਨਹੀਂ ਵਰਤੀ। ਇਹ ਲੱਗਦਾ ਕੋਈ ਇਸ ਤਰ੍ਹਾਂ ਦੀਆਂ, ਅਗਰ ਤੁਸੀਂ ਬਹੁਤ ਵਧੀਆ ਸਿੰਸੀਅਰ ਦਰਸ਼ਕ ਹੋ, ਸਰੋਤੇ ਹੋ, ਤਾਂ ਤੁਹਾਨੂੰ ਇੱਥੇ ਵੀ ਸਿੰਸੈਰਿਟੀ ਵਰਤਣੀ ਚਾਹੀਦੀ ਹੈ। ਖੁੱਲ੍ਹ ਕੇ ਸਾਹਮਣੇ ਆਓ ਅਗਰ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ। ਜਿੰਦਰ ਬਸੀਨ ਸਾਡੇ ਨਾਲ ਨੇ, ਭੁਪਿੰਦਰ ਧਾਲੀਵਾਲ ਨੇ, ਉਹ ਕਹਿੰਦੇ ਸਾਰੇ ਹੀ ਲੀਡਰ ਕਿਸਾਨਾਂ ਦੀ ਗੱਲ ਨਹੀਂ ਕਰਦੇ, ਸਗੋਂ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਇੱਕ ਦੂਜੇ ਤੇ ਚਿੱਕੜ ਸੁੱਟ ਰਹੇ ਨੇ। ਇਸੇ ਤਰ੍ਹਾਂ ਪੰਮਾ ਸਿੰਘ ਨੇ ਔਰ SN ਦੀਪ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਦਰਸ਼ਕ ਸਾਡੇ ਨਾਲ ਫੇਸਬੁੱਕ ਦੇ ਉੱਤੇ ਆਏ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। YouTube ਦੇ ਉੱਤੇ ਆਏ, ਉਹਨਾਂ ਨੇ ਸਾਡੇ ਕਈਆਂ ਨੇ ਜੋ ਕਮੈਂਟ ਨਹੀਂ ਕੀਤੇ, ਪਰ ਉਹ ਸਾਨੂੰ ਇੱਥੇ ਵੇਖ ਰਹੇ ਨੇ। ਬਹੁਤ ਸਾਰੇ ਸਰੋਤੇ ਜਿਨ੍ਹਾਂ ਨੇ ਸਾਡੇ ਨਾਲ ਟੈਲੀਫੋਨ ਦੇ ਉੱਤੇ ਗੱਲ ਕੀਤੀ, ਉਹਨਾਂ ਦਾ ਧੰਨਵਾਦ। ਜਿਨ੍ਹਾਂ ਦੀ ਕਾਲਸ ਨਹੀਂ ਲੈ ਸਕੇ ਦਰਸ਼ਕਾਂ ਦੀ, ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਅੱਜ ਬੰਦ ਹੈ, ਸ਼ਾਮ ਦੇ 6 ਵਜੇ ਤੱਕ ਚੱਲਣਾ। ਅਸੀਂ ਵੇਖ ਰਹੇ ਹਾਂ ਲੋਕੀ ਅੱਜ 6 ਵਜੇ ਤੋਂ ਪਹਿਲਾਂ ਹੀ ਜਾਣਾ ਸ਼ੁਰੂ ਹੋ ਗਏ ਸੀ। ਇੰਨੀ ਟ੍ਰੈਫਿਕ ਅੱਜ ਕਦੇ ਨਹੀਂ ਵੇਖੀ 6 ਵਜੇ ਤੋਂ ਪਹਿਲਾਂ ਜਿੰਨੀ ਟ੍ਰੈਫਿਕ ਸੀਗੀ, ਕਿਉਂਕਿ ਲੋਕ ਜਾਣਾ ਚਾਹੁੰਦੇ ਆ। ਇਸ ਬੰਦ ਨੂੰ ਵਪਾਰੀਆਂ ਦਾ, ਵਿਦਿਆਰਥੀਆਂ ਦਾ, ਕਿਸਾਨਾਂ ਦਾ ਤਾਂ ਹੈ ਹੀ ਆ, ਨਾਲ ਦੀ ਨਾਲ ਹੋਰ ਅਦਾਰਿਆਂ ਦਾ, ਮਜ਼ਦੂਰਾਂ ਦਾ, ਸਾਰਿਆਂ ਦਾ ਸਮਰਥਨ ਮਿਲ ਰਿਹਾ। ਇਹ ਬੰਦ ਸਰਕਾਰ ਨੂੰ ਇੱਕ ਸੰਕੇਤ ਹੋਣਾ ਚਾਹੀਦਾ ਹੈ ਕਿ ਲੋਕਾਂ ਦੀ ਗੱਲ ਸੁਣਨੀ ਹੈ, ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜਲਦੀ ਸਮਾਧਾਨ ਕਰਨਾ ਹੈ। ਬਹੁਤਾ ਲੰਮਾ ਚਿਰ ਕਿਸਾਨ ਉੱਥੇ ਬੈਠ ਨਹੀਂ ਸਕਦੇ। ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਸਬਰ ਟੁੱਟ ਵੀ ਸਕਦਾ ਹੈ ਕਦੇ। ਸੋ ਇਸ ਆਸ ਨਾਲ ਕਿ ਜਲਦੀ ਕੋਈ ਚੰਗੀ ਖਬਰ ਆਵੇਗੀ। ਕੱਲ ਨੂੰ ਫੇਰ ਮਿਲਾਂਗੇ। ਹੁਣ ਦਿਓ ਆਗਿਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।